संगत जी इजाजत ਦੇ ਨਾਲ ਜੀ ਅਸੀਂ हाँ ਜੀ ਕਲਾਸ ਸਟਾਰਟ ਕਰਦੇ ਹਾਂ हाँ जी। in continuation to yesterday's class ਜੀਵਨੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਤੇ ਇਸ ਜੀਵਨੀ ਨੂੰ ਅਮਰਜੀਤ ਸਿੰਘ ਜੀ ਤੇ ਵੀਰ ਜੀ ਕੱਲ ਦੀ ਥੋੜਾ ਜਿਹਾ ਅੱਜ ਕੱਲ ਬਿਜ਼ੀ ਚੱਲ ਰਿਹਾ ਬਟ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣੇ ਹੀ ਥੋੜੀ ਦੇਰ ਚ ਭੇਜਦਾ ਤੇ ਅੱਗੇ ਦੀ ਕੰਟੀਨਿਊਸ਼ਨ ਵੀਰ ਜੀ ਸੰਗਤ ਨਾਲ ਸਾਂਝ ਪਾਓ ਓਵਰ ਟੂ ਯੂ ਲੈਟ ਸਟਾਰਟ ਦ ਕਲਾਸ ਜੀ ਵਾਹਿਗੁਰੂ ਜੀ ਕਾ ਖਾਲਸਾ क्या वाहिगुरु जी वाहेगुरु की जी की फतेह। सत संगत जी वाहिगुरु जी का खालसा वाहिगुरु वाहेगुरु जी की फतेह। ਇੰਡਸਟਰੀ ਨੂੰ ਚਲਾਉਂਦਿਆਂ ਹੋਇਆਂ 32 ਸਾਲ ਦੀ ਉਮਰ ਵਿੱਚ ਜਿਵੇਂ ਮੈਂ GK2 ਗੁਰਦੁਆਰੇ ਦਾ ਇੱਕ ਓਰੇਟਰ ਸੈਕਟਰੀ ਬਣਿਆ ਔਰ ਅੱਜ ਇਹ ਮਹਿਸੂਸ ਹੋਇਆ 40-50 ਸਾਲ ਦੀ ਸਪੀਚ ਤੋਂ ਬਾਅਦ ਕਿ ਇਹ ਜਿਹੜੀ ਐਫਰਟ ਹੈ ਕਿ ਹਿਸਟਰੀ ਨੂੰ ਜਾਣਨਾ ਪੁਰਾਣੇ ਜ਼ਮਾਨੇ ਵਿੱਚ ਬੁੱਕਸ ਦੇ ਥਰੂ ਅੱਜ YouTube ਦੇ ਥਰੂ ਪੁਰਾਣਾ ਮੈਟਰ ਜਿੰਨਾ ਖੁੱਲਾ ਟਾਈਮ ਹੁੰਦਾ ਸੀ ਭਾਈ ਵੀਰ ਸਿੰਘ ਜੀ ਤੋਂ ਪਹਿਲੇ ਦਾ ਕਾਨ ਸਿੰਘ ਜੀ ਨਾਭਾ ਤੋਂ ਪਹਿਲੇ ਦਾ ਕਵੀ ਸੰਤੋਖ ਸਿੰਘ ਜੀ ਤੋਂ ਪਹਿਲੇ ਦਾ ਇਹ ਵੱਡੇ ਮਹਾਨ ਰਾਈਟਰ ਲਗਭਗ 22 ਜਿਨ੍ਹਾਂ ਵਿੱਚ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਗੁਰੂ ਬਿਲਾਸ ਪਾਤਸ਼ਾਹੀ 10ਵੀਂ ਮਹਾਨ ਕੋਸ਼ ਦੇ ਰਾਈਟਰ ਰਤਨ ਸਿੰਘ ਜੀ ਪੰਗੂ ਜਿਨ੍ਹਾਂ ਦੇ ਬਿਨਾਂ ਕੋਈ ਹਿਸਟਰੀ ਲਿਖੀ ਹੀ ਨਹੀਂ ਜਾ ਸਕਦੀ ਔਰ ਅੱਜ ਦੇ ਮਾਡਰਨ ਹਿਸਟੋਰੀਅਨਸ ਲਗਭਗ 200 ਦੇ ਕੋਲ ਔਰ ਜਦੋਂ ਖਾਲਸਾ ਯੁੱਧ ਕਰ ਰਿਹਾ ਸੀ ਉਦੋਂ ਬੰਗਾਲ ਦੇ 17 ਵੱਡੇ ਰਾਈਟਰਸ ਜਾਦੂਨਾਥ ਸਰਕਾਰ ਬੰਕਿਮ ਚੰਦਰ ਬੋਸ ਭੱਟਾਚਾਰੀਆ ਚੈਟਰਜੀ ਜਿੱਥੇ ਬੰਗਾਲ ਵਿੱਚ ਅੱਜ ਵੀ ਬੰਦਾ ਸਿੰਘ ਜੀ ਬਹਾਦਰ ਦੀ ਹਿਸਟਰੀ ਇਸੈਂਸ਼ੀਅਲ ਹੈ ਪੰਜਾਬ ਵਿੱਚ ਨਹੀਂ ਪੜ੍ਹਾਈ ਜਾਂਦੀ ਤਾਂ ਸੁਭਾਅ ਹੈ ਕਿ ਅੱਖਾਂ ਮੀਟ ਕੇ ਸਟੇਜ ਦੇ ਉੱਪਰ ਅੰਦਰੋਂ ਜੁੜ ਕੇ ਗੁਰਬਾਣੀ ਦੀ ਕਥਾ ਕਰਨ ਦਾ ਉਹਦੇ ਵਿੱਚ ਜਦੋਂ ਰੈਫਰੈਂਸਿਸ ਹਿਸਟਰੀ ਦੇ ਆ ਜਾਂਦੇ ਹਨ ਤੇ ਉਹ ਇੱਕ ਜਾਂ ਦੋ ਟੌਪਿਕਸ ਹੀ ਰੋਜ਼ਾਨਾ ਕਵਰ ਹੁੰਦੇ ਹਨ ਜਿਹਨੂੰ ਕੁਝ ਲੋਕ ਸਾਖੀ ਵੀ ਕਹਿੰਦੇ ਹਨ ਪਰ ਮੇਰੇ ਪਤੀ ਆਮ ਗੁਰਦੁਆਰਿਆਂ 'ਚ ਕਿਹਾ ਜਾਂਦਾ ਸੀ ਵੀਰ ਜੀ ਸਾਖੀ ਨਹੀਂ ਸੁਣਾਉਂਦੇ ਹਿਸਟੋਰੀਕਲ ਫੈਕਟਸ ਦੱਸਦੇ ਹਨ ਤਾਂ ਅੱਜ ਦਾ ਦਿਨ ਜਿਵੇਂ ਕੱਲ ਲਿੰਕ ਜੁੜਨ ਲੱਗਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਕੱਲ ਦੀ ਸਾਖੀ ਦੇ ਨਾਲ ਬਰੀਫਲੀ ਮੈਨੂੰ ਕਹਿਣ ਵਿੱਚ ਸਕਸੈਸ ਮਿਲ ਗਈ 1 ਘੰਟੇ ਦੇ ਅੰਦਰ ਅੰਦਰ 4 ਇੱਕ ਵੱਡੇ ਸਪੈਕਟਰਮ ਦੇ ਵਿੱਚ ਐਵੇਂ ਲੱਗਦਾ ਸੀ ਜਿਵੇਂ ਸਾਹਮਣੇ ਕੋਈ ਯੂਨੀਵਰਸਿਟੀ ਦੇ ਪ੍ਰੋਫੈਸਰਸ ਔਰ ਪ੍ਰਿੰਸੀਪਲਸ ਔਰ ਵਾਈਸ ਚਾਂਸਲਰਸ ਬੈਠੇ ਹੋਏ ਨੇ ਔਰ ਇਹ ਟੌਪਿਕ ਇਕੱਠਾ ਤੇ ਕਦੀ ਵੀ ਕਿਸੇ ਬੁੱਕ ਵਿੱਚ ਨਹੀਂ ਆਇਆ ਇਹ ਮੇਰੀ ਜੀਵਨ ਦੀ ਇੱਕ ਐਜ਼ ਏ ਹੌਬੀ ਸਟੱਡੀ ਕਰਨ ਦੇ ਨਾਲ ਕਿ ਉਸ ਨੂੰ ਕੋਰਿਲੇਟ ਕਰਨ ਦਾ ਹਲਕਾ ਹਲਕਾ ਟੱਚ ਦੇ ਕੇ ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਪਹੁੰਚ ਗਏ ਉਹਨੂੰ ਇੱਕ ਵਾਰੀ ਫਿਰ ਰਿਵਿਊ ਕਰਦੇ ਹਾਂ ਮੈਂ ਮੰਨਦਾ ਹਾਂ ਕਿ ਕੱਲ ਮੈਂ ਬਹੁਤ ਤੇਜ਼ੀ ਵਿੱਚ ਬੋਲਿਆ ਗੁਰੂ ਤੇਗ ਬਹਾਦਰ ਦੀ ਜੀਵਨੀ ਜੋ ਰਿਟਨ ਵਿੱਚ ਸਭ ਲੋਕਾਂ ਨੂੰ ਲੱਖਾਂ ਦੀ ਤਾਦਾਦ ਵਿੱਚ ਪਿਛਲੇ 60-50 ਸਾਲ ਤੋਂ ਸਿੱਖ ਟਰੈਕਟਸ ਦੀ ਸ਼ਕਲ ਵਿੱਚ ਵੰਡਦੇ ਆਏ ਹਨ ਲੱਖਾਂ ਦੀ ਤਾਦਾਦ ਵਿੱਚ ਉਹਦੇ ਵਿੱਚ ਉਹ ਬਿਲਕੁਲ ਸੱਚ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ 1632 ਦਾ 13 ਸਾਲ ਦੀ ਉਮਰ ਵਿੱਚ ਜਿਹੜਾ ਯੁੱਧ ਚੌਥਾ ਕਰਤਾਰਪੁਰ ਦਾ ਹੈ ਜਦੋਂ ਮਹਾਰਾਜ ਦੀ ਸ਼ਾਦੀ ਹੋ ਚੁੱਕੀ ਸੀ ਗੁਰੂ ਤੇਗ ਬਹਾਦਰ ਜੀ ਦੀ ਉਸ ਨੂੰ ਅਗਰ ਆਪ ਇਸ ਢੰਗ ਨਾਲ ਸੁਣਨਾ ਚਾਹੁੰਦੇ ਹੋ ਕਿ ਉਹਦੀ ਡੇਟ 5 ਵਿਸਾਖ 1621 ਹੈ ਤੇ ਉਹ ਤੇ ਆਲਮੋਸਟ ਹਰ ਬੰਦੇ ਨੂੰ ਪਤਾ ਹੈ ਅੱਜ ਨਵਾਂ ਲਿੰਕ ਜੁੜ ਰਿਹਾ ਹੈ
कि दो गल्लां कल मनदीप कौर जी नाल करन तो बाद, आप जी जनरल साहब नाल करन तो बाद, अज मेरी जिम्मेवारी सी कि एक ते वो बाबा भोरे विच बैठे रहे जिन्हां दा नाम तेगा मल जी सी, जिन्हां दा किसी बुक विच वो रैफरेंस डिटेल विच नहीं मिलता कि की कारण होया कि 1613 तो बाद 1664 तक लगभग 39 साल, किन्ने साल जी? 39 साल, लगभग 41 साल गुरु तेग बहादुर की जिंदगी दे ऊपर वो डिटेल नहीं है लिटरेचर विच, जिहदे प्रति मैं 2-4 बार कल कहा कि असी अपने बच्चियां नूं, अपने पोतरे पोतरियां नूं अपने घरां विचों तैयार करिए कि वो रिसर्च स्कॉलर बन के जिहड़ा बिखरिया होया मैटर नहीं संतोख सिंह जी लिख सके, ज्ञान सिंह जी लिख सके। ठीक है, गुरु हरगोबिंद साहब दा मैटर बड़ा इंपॉर्टेंट सी, अज साडे बच्चे उहदे उपर PhD करन तां ही करनगे जे अगर असीं उन्हां नूं घरां विच टच देंगे। वो 10वीं 12वीं विच कैरियर कॉन्शियस ना हो के गुरु घर की सेवा वास्ते इस टॉपिक नूं लभण कि गुरु तेग बहादुर दे 40 साल क्यों नहीं इतिहास विच इतनी डिटेल विच आए। असीं भी ते लिसनर हाँ, जिथे अच्छियां डिबेट्स होंदियां ने, अच्छियां बुक्स मिलदियां ने, सैमीनार्स होंदे ने, उन्हां नूं अटेंड करके कुछ वाधा करदे हां सैल्फलैस होके, हंकार तो बिना। साढ़े सामने अज 2 क्लैरिटीज देनियां ने जिहदे वास्ते हले एक सैशन होर चाहिदा होएगा। उस तो पहला मैं सुभाव दे अनुसार गुरबाणी की कथा करन वाला अखां मीट के आप जी नूं नाल जोड़न वास्ते बेनती करदा हां कि गुरु रामदास जी दे 2 श्लोक जैतसरी दे विच एक बारी असी गुरु ग्रंथ साहब दा, गुरबाणी दा, गुरसिੱਖੀ दा सेंट्रल थीम माइंड विच रखिए कि खाली हिस्टरी ही नहीं, गुरु तेग बहादुर की हिस्टरी ही लिखी जाती है। गुरु तेग बहादुर जी की बाणी दे उपर 9वें महले के श्लोक कितने महान होने ने जिहड़े गुरु गोबिंद सिंह जी ने रीराइट किए, उसका कारण भी लवांगे। मेरे सामने ये नहीं है कि मैं गुरु तेग बहादुर के 6 एपीसोड एक बारी फिर दस दियां जिहड़े आम अवेलेबल ने। आम तौर पर मैं गुरुद्वारे च कथा च बैठदियां ही कहंदा हां कि मैं वो टॉपिक्स नहीं बोलांगा जिहड़े लोकां नूं पहले पता, उहदे ते टाइम वेस्ट होना। नवीनता चाहिदी है। कल दे 4 जिहड़े साइड दे एपीसोड्स दास ने दसे कि गुरु नानक देव जी ने ये कहा कि असी श्री चंद जी आप जी नूं ते तुहाडे छोटे भरा लक्ष्मी दास जी नूं तसल्ली दिंदे हां कि गुरु अंगद देव जी नूं जिहड़ी गुरियाई दित्ती है वो उस दे उचित वारस उही सन, क्योंकि वो एक बिजनेसमैन हो के उन्होंने सेवकी निभाई है। और तुसी राजकुमार जरूर हो, गुरु पुत्र जरूर हो, पर तुहाडी ड्यूटी है कि तुसी किरती कामियां दा समाज तैयार करना है। उदों ये देश का कॉन्सैप्ट नहीं सी भारत वर्ष वाला राष्ट्रवादी, मानवता का कॉन्सैप्शन सी। ठीक है ना जी? ठीक है जी। तो जदों हाँ जी वीर जी 6वें पातशाह गुरु नानक ज्ञान जोत, हिंदुइज्म का कॉन्सैप्ट आत्मा के प्रति कोई हवा निकल के दूजे विच चली जाए वो माइथोलॉजी है। साडे अंदर साडी जेनेटिक हेरिडिटरी गुण प्रॉपर्टीज अते सानू गुरु की देख रेख विच ब्रॉट अप दे विच जिहड़े साडे जीन्स तैयार हुंदे ने अज दी साइंस अनुसार
ਉਹਦਾ ਨਾਂ ਗਿਆਨ ਹੀ ਬਣਦਾ ਹੈ। ਇਹ ਹੁਣ ਜਿਹੜਾ ਸ਼ਬਦ ਬੋਲਣ ਜਾ ਰਹੇ ਹਾਂ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਨਾਲ ਬੋਲ ਦਿਓ ਤਾਂ ਜੇ ਮੈਨੂੰ ਥਕਾਵਟ ਨਾ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਮਾਤ ਕੀਚੈ ਹਰ ਬਾਂਝਾ। ਤਿੰਨ ਮਾਤ ਕੀਚੇ ਹਰ ਬਾਂਝਾ। ਹੁਣ ਆਪ ਸਮਝ ਗਏ ਹੋ, ਸਾਰੇ ਗੁਰਬਾਣੀ ਨੂੰ ਜਾਣਦੇ ਹੋ ਬਈ ਮਾਂ ਨੂੰ ਹੀ ਤੇ ਡਾਂਟ ਪਈ। ਕਿਉਂ? ਤੂੰ ਸਿਮਰਨ ਔਰ ਗੁਰੂ ਗਿਆਨ ਨਾ ਲੈ ਕੇ ਆਪਣੇ ਬੱਚੇ ਦੇ ਜੀਨਸ ਵਿੱਚ ਉਹ ਚੀਜ਼ ਨਹੀਂ ਭੇਜੀ, ਸੰਸਕਾਰਾਂ ਦੀ, ਮੂਲ ਮੰਤਰ ਦੀ, ਗੁਰਮੰਤਰ ਦੀ, ਟੋਟੈਲਿਟੀ ਵਿੱਚ ਵਸਣ ਵਾਲਾ ਨਿਰੰਕਾਰ ਇੱਕ ਓੰਕਾਰ, ਜਿਹੜਾ ਸਾਡਾ ਮਿਸ਼ਨ ਹੈ, ਉਸ ਦਾ ਨਾਮ, ਉਸ ਦੇ ਗੁਣ ਜਿਹਦੇ ਹਿਰਦੇ ਵਿੱਚ ਨਹੀਂ ਵਸੇ, ਉਹਦੀ ਮਾਂ ਨੂੰ ਡਾਂਟ ਹੈ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਚੈ ਹਰ ਬਾਂਝਾ। ਬਾਂਝ ਹੋ ਜਾਏ ਰੱਬ ਕਰਕੇ ਉਹ ਧੀ, ਉਹ ਮਾਂ ਜਿਹੜਾ ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਗੁਰਬਾਣੀ ਦੇ ਨਾਲ, ਗਿਆਨ ਨਾਲ ਜੋੜ ਨਹੀਂ ਸਕਦੀ। ਅਗਲੀ ਡਾਂਟ ਕੀ ਹੈ? ਨਾਲ ਬੋਲਣਾ, ਤਿੰਨ ਸੁੰਜੀ ਦੇ ਫਿਰੈ ਬਿਨ ਨਾਮ। ਤਿੰਨ ਸੁੰਜੀ ਦੇ ਫਿਰੇ ਹਰ ਨਾਮ। ਬਿਨ ਨਾਮ ਹੈ, ਬਿਨ ਨਾਮ। ਓਏ ਖੱਪ ਖੱਪ ਮੂਏ ਕਰਾਂਜਾ। ਓਏ ਖੱਪ ਖੱਪ ਮੂਏ ਕਰਾਂਚਾ। ਉਹ ਜੀਵ ਆਤਮਾਵਾਂ ਜਿਨ੍ਹਾਂ ਦੀ ਮਾਂ ਆਪਣੇ ਬੱਚਿਆਂ ਨੂੰ ਪਾਲਣ, ਜੰਮਣ, ਗਰਭ ਵਿੱਚ ਧਾਰਨ ਵਕਤ, ਕਰਨ ਵਕਤ ਗੁਰੂ ਤੋਂ ਗਿਆਨ ਲੈ ਕੇ ਸ਼ਬਦ ਦਾ ਸਿਮਰਨ ਨਾਮ ਨਹੀਂ ਸਮਝਦੀ, ਉਹ ਬਾਂਝ ਹੋ ਜਾਏ, ਉਹਨਾਂ ਦੀ ਦੇਹ ਸੁੰਜੀ ਹੋ ਜਾਏ ਨਾਮ ਤੋਂ ਬਿਨਾਂ। ਜਿਹੜੀਆਂ ਟ੍ਰੇਨਿੰਗ ਨਹੀਂ ਦਿੰਦੀਆਂ, ਝੋਲੀ ਵਿੱਚ ਬੱਚੇ ਨੂੰ ਪਾਠ ਨਹੀਂ ਕਰਾਉਂਦੀਆਂ, ਖੱਪ ਖੱਪ ਕੇ ਕਰਾਂਝਾ, ਕ੍ਰਿਜ ਕ੍ਰਿਜ ਕੇ ਮਰ ਜਾਣ। ਗੁਰੂ ਨਾਨਕ, ਗੁਰੂ ਰਾਮਦਾਸ ਇੰਨੀ ਡਾਂਟ ਮਾਰ ਰਹੇ। ਔਰ ਦੂਸਰੇ ਸ਼ਲੋਕ ਵਿੱਚ ਨਾਲ ਬੋਲਣਾ, ਮੇਰਾ ਹੀਰਾ ਰਤਨ ਨਾਮ ਹਰ ਵਸਿਆ। ਮੇਰਾ ਰਤਨ ਨਾਮ ਹਰ ਵਸਿਆ। ਗੁਰੂ ਨਾਮ ਦਿਓ ਰਿਨ ਲਾਥਾ। ਨਾਮ ਦਿਓ ਰਿਨ ਲਾਥਾ। ਇਹ ਹੁਣ ਇੱਕ ਹਿਸਟੋਰੀਕਲ ਐਡਮਿਸ਼ਨ ਹੈ ਗੁਰੂ ਰਾਮਦਾਸ ਜੀ ਦੀ, ਲੋਕਾਂ ਨੂੰ ਪ੍ਰੇਰਨਾ ਦੇਣ ਵਾਸਤੇ, ਕਿ ਗੁਰੂ ਗ੍ਰੰਥ ਸਾਹਿਬ ਦਾ ਸੈਂਟਰਲ ਥੀਮ ਹੈ ਨਾਮ ਦੇ ਗਿਆਨ ਦੀ ਪ੍ਰਾਪਤੀ ਕਰਨਾ। ਜਿਹੜੀਆਂ ਨਹੀਂ ਕਰਦੀਆਂ ਉਹਨਾਂ ਨੂੰ ਡਾਂਟ, ਔਰ ਜਿਹੜੀਆਂ ਕਰਦੀਆਂ ਨੇ ਔਰ ਗੁਰੂ ਤੋਂ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ, ਗੁਰੂ ਮੰਤਰ ਦੀ, ਮੂਲ ਮੰਤਰ ਦੀ ਸਿੱਖਿਆ ਤੇ ਦੀਕਸ਼ਾ ਲੈਂਦੀਆਂ ਨੇ, ਉਹਨਾਂ ਵੱਲੋਂ ਕਹਿ ਰਹੇ ਨੇ ਕਿ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ। ਠੀਕ ਹੈ ਬੇਟੇ? ਹਾਂਜੀ ਹਾਂਜੀ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਤੇ ਗੁਰੂ ਨੇ ਕੀ ਦਿੱਤਾ? ਗੁਰੂ ਨਾਮ ਦਿਓ। ਇਸ ਤੋਂ ਸਾਡਾ ਪੰਥ ਅਭਿੱਗ ਹੈ। ਸ਼ਰੀਰ ਗੁਰੂ ਸਨ, 10 ਗੁਰੂ ਸਨ, ਨਾਮ ਦਾ, ਸ਼ਬਦ ਦਾ, ਜਪ ਦਾ ਅਭਿਆਸ ਬਾਅਦ ਵਿੱਚ ਹੈ ਤੇ ਗਿਆਨ ਪਹਿਲੇ ਹੈ। ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ। ਅੰਦਰ ਰੱਖੋ, ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ। ਨਾਮ ਤੋਂ ਬਿਨਾ ਤਿਕਾਰ ਹੈ। ਤਾਂ ਨਾਮ ਕੀ ਚੀਜ਼ ਹੈ? ਨਾਮ ਸੰਬੋਧਨ ਕਰਦਾ ਹੈ ਗੁਰਬਾਣੀ ਦੇ ਐਸੈਂਸ, ਐਬਸਟ੍ਰੈਕਟ ਤत्व ਗਿਆਨ ਨੂੰ। ਸ਼ਾਬਦਿਕ ਅਰਥ ਡਾਇਰੈਕਟ ਉਹਦੇ ਚ ਲਿਖੇ ਹੋਏ ਨੇ ਸਟੀਕਾਂ ਵਿੱਚ, ਪਰ ਭਾਵ ਅਰਥ ਹਰ ਇੱਕ ਦੇ ਅਲੱਗ-ਅਲੱਗ ਹੈ। ਦਾਸ ਦਾ ਭਾਵ ਅਰਥ ਹੈ ਕਿ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ ਹੈ। ਸਮਾਜ ਵਿੱਚ ਪ੍ਰਚਲਿਤ ਹੈ ਕਿ ਮੈਂ ਜਪ ਦੇ ਦੁਆਰਾ, ਮੈਂ ਸਮਾਧੀ ਦੇ ਦੁਆਰਾ, ਪਰ ਗੁਰਬਾਣੀ ਕਹਿੰਦੀ ਹੈ ਕਿ ਨਹੀਂ। क्या जप, क्या तप, क्या व्रत पूजा, जहां के हृदय भाव है दूजा।
ਮੇਰੇ ਹਿਰਦੇ ਰਤਨ ਵਰਗਾ ਨਾਮ ਵਸਿਆ, ਕਦੋਂ ਗੁਰੂ ਹਾਥ ਧਰਿਓ ਮੇਰੇ ਮਾਥਾ। ਹੁਣ ਹਾਥ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ ਡਿਕਸ਼ਨਰੀਆਂ ਵਿੱਚ, ਟੀਕਾਂ ਵਿੱਚ, ਕਿਉਂਕਿ ਗੁਰੂ ਨੇ ਹੱਥ ਰੱਖਤਾ, ਕਪਾਟ ਖੁੱਲ ਗਏ। ਇਹ ਫਿਲਾਸਫੀ ਹਿੰਦੂਇਜ਼ਮ ਦੀ ਹੈ, ਸਿੱਖੀਜ਼ਮ ਦੀ ਨਹੀਂ ਹੈ। ਹੁਣ ਆਪ ਇੱਕ ਐਸੀ ਸ਼੍ਰੇਣੀ ਬਣ ਰਹੇ ਹੋ ਜਿਹੜੀ ਕੱਲ ਕੈਨੇਡਾ ਔਰ ਅमेरिका ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਸਕਾਲਰਸ ਨੂੰ ਐਡ ਕਰੇ। ਵਾਈ ਨਹੀਂ ਆ ਰਹੀ ਜੀ? ਹਾਂਜੀ, आवाज आ रही है जी? हाँ जी, हाँ जी, आ रही है जी, बिल्कुल आ रही है जी। ਨਾਮ ਤत्व ਗਿਆਨ ਨੂੰ ਕਿਹਾ ਜਾਂਦਾ ਸੀ, ਨਾਉਨ ਨੂੰ ਨਹੀਂ ਸੀ ਕਿਹਾ ਜਾਂਦਾ। ਕਿਸੇ ਵਸਤੂ ਦਾ ਬੋਧ ਹੋਣਾ, ਮਿੱਠਾ ਹੋਣਾ, ਠੰਡਾ ਹੋਣਾ, ਖੱਟਾ ਹੋਣਾ, ਕੌੜਾ ਹੋਣਾ, ਅੱਛਾ ਹੋਣਾ, ਬੁਰਾ ਹੋਣਾ, ਇਹ ਨਾਮਵਾਚਕ ਗੁਣਵਾਚਕ ਹੈ। ਸਾਡੀਆਂ ਸਟੀਕਾਂ ਦੇ ਵਿੱਚ ਸਾਰਾ ਮੈਟਰ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਹੈ ਕਿ ਜਿੰਨਾ ਜਪ ਕਰੋਗੇ, ਜਿੰਨਾ ਤਪ ਕਰੋਗੇ, ਉਹਦੇ ਨਾਲ ਤੁਹਾਡੇ ਹਿਰਦੇ 'ਚ ਨਾਮ ਵਸ ਜਾਏਗਾ। ਇਹ ਬੇਸਿਕਲੀ ਹੀ ਚੀਜ਼ ਗਲਤ ਹੈ। ਇਸ ਕਰਕੇ ਮੈਂ ਹਿਸਟਰੀ ਸੁਣਾਉਣ ਤੋਂ ਪਹਿਲਾਂ ਸਾਧਨ ਹੇਤ ਇਤੇ ਜਿਨ ਕਰੀ, ਨਾਲ ਬੋਲ ਦਿਓ, साधन हेत जिन करी, जिन शीस दिया पर सी न उचरी। शीश दिया पर सी न उचरी। अगर गुरु गोविंद सिंह जी महाराज अपनी डायरी मेंटेन ना करते, रोजाना दे रिकॉर्ड्स ना करते राइटिंग, जिवें गुरु नानक देव जी नूं तुर्की बाणी दे लगभग 1000 श्लोक धुरों उतरे और सारे उन्होंने गाए, और बिल्कुल उसी वक्त ही गाए जदों उन्होंने बाणी आई। दसां गुरुआं नूं शरीरां विच इतिहासक पक्ष तो लिख के डिफरेंशिएट करना गलती है। गुरु दे नानक दे ज्ञान जोत ही वसदी है। 10 गुरुआं विच इक्को ही ज्ञान जोत वसदी है। सेंट्रल थीम की है, केंद्रित भाव की है, नाम दी प्राप्ति। जिवें सुखमनी साहिब विच आया है, नाल बोलोगे ते मेहरबानी। गुर के ग्रह सेवक जो रहे, गुर के ग्रह सेवक जो रहे, गुर की आज्ञा मन में सहे, गुर की आज्ञा मन में सहे, मन बेचे सतगुर के पास, मन बेचे सतगुर के पास, इस सेवक के कारज रास। सेवक के कारज रास। ये इनविटेशन है, जिवें कृष्ण जी संदीपन ऋषि दे घर जाके ज्ञान लै रहे, विद्या लै रहे ने। गुरबाणी दा विद्या विचारी तां परोपकारी दा केंद्रित थीम कदी भी रिजेक्ट नहीं हो सकता। समाज विच एक शब्द दे उच्चारण और रेगुलर प्रैक्टिस नूं, सिमरन नूं महत्ता दित्ती जा रही है। जदों गुरु ग्रंथ साहब लिखण दा फिर कारण की है? गुरु ग्रंथ साहब दा मूल मंत्र दा एक्सप्लेनेशन थ्रू 15 भगतां, थ्रू पट्टां दी एड, प्रेज, सारे गुरुआं विच गुरु तेग बहादुर जी ने जय जयवंती राग नूं अखीर ते लिखिया है। प्रभाती राग तो बाद रात दी यात्रा है। श्री राग शाम नूं 6-7 बजे संध्या विच इस्त्री जीव इस्त्री अपने पति की उड़ीक कर रही है, और रात पै जाती है तो मारू राग आ जाता है। मारू कहते ने रेगिस्तान दा राग। एक अज ना सुती कंत स्यों अंक मुरे मुरझाए, जाए पुछो डोहागणी तुम क्यों रैन विहाए। की भाव कि हे इंसान, तेरी जिंदगी दी रात दा अध निकल चुकिया है, तू हले तक गुरु दे ज्ञान वाल प्रेरित नहीं होया। तां साधन हेत गुरु तेग बहादुर ने क्यों लिखिया? रिसोर्सेज इकट्ठे करने वास्ते, खाली हिंदू नूं नहीं, खाली तिलक और जनेऊ दी रक्षा वास्ते नहीं, पिसे होए ठुकराए होए साधन इकट्ठे किए गए। साधन हेत, नाल बोलो, इति।
जिन करी। जिन जे गुरु गोबिंद सिंह जी ना लिखदे ये दसम ग्रंथ जिहदे बारे इतनी विरोधता, इतना क्रिटिसिज्म। गुरु ग्रंथ साहब दी डिक्शनरी, गुरु ग्रंथ साहब दी एक्सप्लेनेशन दसम ग्रंथ विच वचित्र नाटक दे द्वारा हिस्टोरिकल 6 वॉर्स गुरु गोबिंद सिंह जी दियां ओहदे च लिखियां ने। और जे गुरु गोबिंद सिंह अरदास ना लिखदे, श्री हरकृष्ण ध्याई है जिस डिठै सब सिख केड़ी अरदास करदे जे गुरु गोबिंद सिंह जी ना लिखदे तां? नाल बोलो, तेग बहादुर सिमरी है कर नौ निध आवे ताए। तो मेरा बेसिक जड़ा सुभाव है वो गुरबाणी बोलना। हालांकि मैनू बहुत इतिहास का शौक है, पर सारे एपीसोड्स 50-60 इकट्ठे इक्को बारी च बोल देने दे नाल दूजे नूं भी समझ नहीं आएंगे, जिवें कल नहीं आए होने कईयां। मैं उसनूं सहज विच एक बारी हल्का जा रिवाइज करांगा। फिर बोलो, साधन हेत इति जिन करी। जिन्हां मेरे सतगुरु तेग बहादुर ने, गुरु गोबिंद सिंह जी लिखते ने, एक्सट्रीम तक चले गए, हाइट पीक तक चले गए। इतनी तपस्या जिन्हें कल पूरावाद असीं मन्निया। किसी का फोन बज रहा जी, प्लीज बंद कर लो, मेरे कान च ओहदी आवाज आ रही। शीस दिया पर सी ना इति दा मतलब है एक्सट्रीम तक जाना। केड़ी एक्सट्रीम गुरु तेग बहादुर नूं चाहिदी सी अपना सिर देण वास्ते, वो आप सब नूं पता है कि तिलक ते जनेऊ वास्ते हिंदुस्तान दे मजलूम लिताड़े हुए जुल्म दे, जिन्हां दे वेद साड़ दिते गए, जिन्हां दे देवले तोड़ दिते गए, जिन्हां दी संस्कृति तहस नहस कर दी गई। बेशक असी हिंदू मां दे पेट विचों ही जन्म लिया होएगा, पर साडी फिलोसफी, साडी आइडियोलॉजी गुरु मत है। की है साडी आइडियोलॉजी? गुरु मत। ये नवी जनरेशन नूं नहीं पता लगेगा। मेरी किस्मत है कि सुखमनी और मनदीप दी बेटी बैठी हुई है। जिवें असी गुरु नाम दियो और इन लाथा दे ऊपर जोर दे रहे हैं कि मेरा कर्जा उतर गया 50-60-70 साल दी उम्र का, मैं जीवात्मा मां दे गर्भ विच पिछले निबेड़े ना लाई सां, कुख केड़ी चलेगी माता, गुजरी दी ही चल सकती। कल असी एक कह रहे सा ना भाई 33 साल बाद गुरु गोबिंद सिंह जी गर्भ विच आए ने। क्या गुरु तेग बहादुर जी का बच्चा शादी तो 2, 4, 6, 10 साल बाद नहीं सी हो सकता? हो सकता है। ऐसी केड़ा गल सी कि 32 साल तक, जिवें गुरु नानक देव जी दे बारे लिखिया गया, भारी करी तपस्या बड़े भाग हरस्यों बनाए। गुरु तेग बहादुर ने केड़ी तपस्या की थी? क्या भोरे दे विच समाधि, चौकड़ी, अलोम विलोम योग? नो, उन्होंने अपने श्री गुरु ग्रंथ साहब दी टोटल वाणी नूं सैकड़े हजार सिख आराम नाल अध्ययन करते सन, मनन करते सन, इंप्लीमेंट करते सन। जिवें असी लोग आम अपनियां डायरियां विच गुरबाणी दे मीनिंग्स लिखते हैं। अज दे वर्ल्ड विच लखां सिख ऐसे ने जिहड़े नितनेम दे पाठ तो इलावा गुरु ग्रंथ साहब का पाठ करके, पर नीचे देखना पड़ रहा है ना, ऐसे उसमें ऐसे देखना था, गर्दन नीचे नहीं करनी बेटा। प्लीज डिस्टर्बेंस आ रही है, प्लीज म्यूट कर लो। आओ सत्संगत, एक लाइन नाल होर बोलना
ਜੈਤਸਰੀ ਰਾਗ ਦੇ ਵਿੱਚ ਜਿਹੜੇ ਦੋ ਸ਼ਬਦ ਅਲੱਗ-ਅਲੱਗ ਬੋਲੇ ਨੇ ਕੰਪੈਰੀਜ਼ਨ ਵਾਸਤੇ ਕਿ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਵਸਿਆ ਉਹਨਾਂ ਨੂੰ ਡਾਂਟ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਗਿਆਨ ਵਸ ਗਿਆ। ਨਾਲ ਬੋਲਣਾ ਰਾਗ ਗੁਜਰੀ ਮਹਿਲਾ ਚੌਥਾ। ਮਹਿਲਾ ਚੌਥਾ। ਹਰ ਕੇ ਜਨ ਸਤਗੁਰ ਸਤਪੁਰਖਾ, ਬਿਨੋ ਕਰੋ ਗੁਰ ਪਾਸ। हर के जन सतपुरखा, बिनो करो गुर पास। हम कीरे किरम सतगुर सरनाई, कर दया नाम प्रगास। ਤੁਹਾਡੇ ਵਿੱਚੋਂ ਜਿਹੜੇ ਵੀ ਪ੍ਰਚਾਰਕ ਸਾਰੇ ਆਪਣੇ ਆਪ ਸੈਲਫਲੈਸ ਬਣਦੇ ਨੇ, ਉਹਨਾਂ ਦੇ ਕੋਲ ਇਹ ਥੀਮ ਹੋਣਾ ਚਾਹੀਦਾ ਹੈ ਕਿ ਸਾਨੂੰ ਨਾਮ ਦਾ ਪ੍ਰਕਾਸ਼ ਕਰੋ, ਕਰ ਦਇਆ ਨਾਮ ਪ੍ਰਕਾਸ਼। ਹਮ ਕੀਰੇ ਕਿਰਮ ਸਤਗੁਰ ਸਰਨਾਈ, ਅਥੈਂਟੀਕੇਟ ਕਰਦੇ ਨੇ ਅਸੀਂ ਸ਼ਰਨ ਵਿੱਚ ਹਾਂ, ਗੁਰੂ ਦੀ ਉਪਦੇਸ਼ ਨੂੰ ਗ੍ਰਹਿਣ ਕਰਦੇ ਹਾਂ, ਸਾਨੂੰ ਨਾਮ ਦਾ ਜਾਚ, ਨਾਮ ਦਾ ਗਿਆਨ ਦੇ ਦਿਓ। ਔਰ ਅੱਗੇ ਕੀ ਲਿਖਿਆ? ਕਰ ਦਿਆ ਨਾਮ ਪ੍ਰਕਾਸ਼, ਨਾਮ ਦਾ ਚਾਨਣਾ ਕਰੋ। ਔਰ ਜੈਤਸਰੀ ਦੇ ਵਿੱਚ ਕੀ ਲਿਖਿਆ? ਨਾਲ ਬੋਲਣਾ ਹੋਂ ਬਲਿਹਾਰੀ ਸਤਗੁਰ ਆਪਣੇ, ਹੋਂ ਬਲਿਹਾਰੀ ਸਤਗੁਰ ਆਪਣੇ। ਇਹ ਤੀਸਰਾ ਸ਼ਬਦ ਅਲੱਗ ਹੈ ਜਿਹਦੇ ਚੋਂ ਮੈਂ ਇੱਕੋ ਲਾਈਨ ਲਈ ਹੈ, ਔਰ ਆਮ ਤੌਰ ਤੇ ਸਟੇਜ ਤੇ ਮੈਂ ਇਹ ਤਿੰਨੋਂ ਲਾਈਨਾਂ ਦੱਸ ਕੇ ਡਿਫਰੈਂਸ਼ੀਏਟ ਕਰਕੇ ਸਿੱਖ ਦੇ ਅੰਦਰ ਮੋਟੀਵੇਸ਼ਨ ਪੈਦਾ ਕਰਦਾ ਹਾਂ। ਫਿਰ ਬੋਲੋ ਹੋਂ ਬਲਿਹਾਰੀ ਸਤਗੁਰ ਆਪਣੇ, ਹੋਂ ਬਲਿਹਾਰੀ ਸਤਗੁਰ ਆਪਣੇ। ਜਿਨ ਗੁਪਤ ਨਾਮ ਪ੍ਰਗਾਝਾ, जिन गुपत नाम पर गाजा। ਹੁਣ ਇਹ ਤਿੰਨ ਲਾਈਨਾਂ ਜਿਹੜਾ ਰਿਮੈਂਬਰੈਂਸ ਵਿੱਚ, ਬਾਣੀ ਮੈਮਰੀ ਵਿੱਚ ਉਚਾਰਨ ਕਰ ਕਰਕੇ ਕੰਪੈਰੀਜ਼ਨ ਕਰਦਾ ਰਹੇਗਾ ਕਿ ਮੈਂ ਕਿੱਥੇ ਖਲੋਤਾ ਹੋਇਆ ਵਾਂ, ਮੈਨੂੰ ਗੁਪਤ ਨਾਮ ਕਿਉਂ ਨਹੀਂ ਪ੍ਰਗਾਝਾ। ਪ੍ਰਗਾਝਾ ਦਾ ਮਤਲਬ ਹੈ ਪ੍ਰਕਾਸ਼ਿਤ ਕਿਉਂ ਨਹੀਂ ਹੋਇਆ, ਕਿਉਂਕਿ ਸਾਡੇ ਕੋਲ ਉਹ ਗੁਰੂ ਭਾਈ, ਉਹ ਮਹਾਪੁਰਸ਼, ਉਹ ਉੱਚ ਕੋਟੀ ਦੇ ਸੰਤ ਪ੍ਰਚਾਰਕ ਸੈਲਫਲੈਸ ਜਿਹੜੇ ਜੀਵਨ ਦਿੰਦੇ ਸਾਨੂੰ ਸਾਡੇ ਕੋਲ ਨਹੀਂ। ਅਸੀਂ ਬਹੁਤ ਵੱਡੇ ਘਾਟੇ ਵਿੱਚ ਜਾ ਰਹੇ ਹਾਂ। ਤਾਂ ਆਓ ਮੈਂ ਆਪਣੀ ਰੀਝ ਪੂਰੀ ਕੀਤੀ ਗੁਰਬਾਣੀ ਨੂੰ ਸੁਣਾ ਕੇ, ਬੇਸ ਬਣਾ ਕੇ, ਤੇ ਕੱਲ ਦੇ ਨਾਲ ਕਨੈਕਟੀਵਿਟੀ ਜੋੜ ਰਿਹਾ ਵਾਂ ਕਿ ਅਗਰ ਗੁਰੂ ਹਰਗੋਬਿੰਦ ਸਾਹਿਬ ਦੇ 52 ਰਾਜੇ ਛੁਡਵਾਉਣ ਵਾਲੀ ਇੰਨੀ ਨਿੱਕੀ ਜਿਹੀ ਗੱਲ ਸੀ, ਤੇ ਕੱਲ ਅਸੀਂ ਉਸ ਨੂੰ ਸੈਂਟਰ ਮੰਨਿਆ ਕਿ ਅਗਰ ਸਾਰਾ ਇੰਡੀਆ ਜਿਹੜਾ ਇੱਕ ਨਲਾਇਕ ਜਹਾਂਗੀਰ ਦੀ ਪੈੜੀ ਸ਼ਰਾਬ ਦੀ ਆਦਤ ਤੋਂ, ਉਹਨੇ ਹਿੰਦੂ ਰਜਵਾੜਿਆਂ ਨੂੰ ਸ਼ੱਕ ਦੀ ਨਜ਼ਰ ਵਿੱਚ ਥੱਲੇ ਰੱਖਿਆ, ਜਦੋਂ ਕਿ ਅਕਬਰ ਨੇ ਕੰਪਰੋਮਾਈਜ਼ ਕੀਤਾ ਹੋਇਆ ਸੀ ਇਹਨਾਂ ਦੇ ਨਾਲ, ਜੋਧਾਬਾਈ ਰਾਜਪੂਤਾਂ ਦੇ ਨਾਲ ਐਗਰੀਮੈਂਟ ਸੀ। ਸਿੱਖ ਜਥੇਬੰਦੀ ਸੰਤ ਔਰ ਸਿਪਾਹੀ ਦੀ, ਮੀਰੀ ਔਰ ਪੀਰੀ ਦੀ, ਅਕਬਰ ਤੋਂ ਬਾਅਦ ਆਈ ਹੈ, ਜਹਾਂਗੀਰ ਦੇ ਟਾਈਮ ਤੇ ਆਈ ਹੈ। ਇੰਡੀਆ ਦੇ ਵਿੱਚ ਜਿਹੜੀਆਂ ਪਹਿਲੇ ਮੇਨ ਫਾਈਟਰ ਸਨ ਉਹ ਮਰਾਠਾ ਔਰ ਦੂਜੇ ਕੌਣ ਸਨ? ਰਾਜਪੂਤ। ਮੁਗਲਾਂ ਦੀ ਪੂਰੀ ਇਹ ਇੱਕ ਚਾਲ ਸੀ ਕਿ ਮਰਾਠੇ ਨੂੰ ਦਬਾਓ ਤੇ ਰਾਜਪੂਤ ਦੇ ਨਾਲ ਸਮਝੌਤਾ ਕਰੋ। ਇਸੇ ਕਰਕੇ ਰਾਜਪੂਤ ਪਗੜੀ ਬਣ ਸਕਦਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਮਾਤ ਗੰਗਾ ਜੀ ਨੇ ਕਿਹਾ ਨਾ ਬੇਟੇ, ਅੱਗੇ ਆਪ ਜੀ ਦੇ ਪਿਤਾ ਜੀ ਦਾ ਇਤਨਾ ਵੱਡਾ ਜ਼ੁਲਮ ਦੇ ਨਾਲ ਸ਼ਹਾਦਤ ਹੋਈ ਹੈ, ਔਰ ਤੁਸੀਂ ਇਹ ਘੋੜੀਆਂ, ਇਹ ਦੋ ਕਿਰਪਾਨਾਂ, ਇਹ ਪਗੜੀਆਂ। ਤੇ ਬਾਬਾ ਜੀ ਨੇ ਕੀ ਕਿਹਾ? ਮਾਤਾ ਜੀ ਇਹ ਗੁਰੂ ਨਾਨਕ ਜੋਤ ਹੈ, ਕੁੱਖੋਂ ਤੁਹਾਡੇ ਹੀ ਨਿਕਲੇ ਆ, ਪਰ ਇਹ ਸੱਤੋਂ ਦੇ ਸੱਤੋਂ ਮੁਗਲਾਂ ਦੇ ਕਾਨੂੰਨ ਕਿ ਪੱਗ ਨਹੀਂ ਬਣ ਸਕਦੇ, ਜਿਹੜਾ ਇੱਕ ਆਜ਼ਾਦੀ ਦਾ ਪ੍ਰਤੀਕ ਹੈ, ਇਹ ਕਿਰਪਾਨ ਨਹੀਂ ਪਾ ਸਕਦੇ, ਅਸੀਂ ਘੋੜੀਆਂ ਵੀ ਡਬਲ ਰੱਖਾਂਗੇ, ਅਸੀਂ ਪਗੜੀਆਂ ਵੀ ਦੁਮਾਲੀਆਂ ਬੰਨਾਂਗੇ, ਅਸੀਂ ਕਿਰਪਾਨਾਂ ਵੀ ਦੋ ਰੱਖਾਂਗੇ। ਤਾਂ ਉਹਨਾਂ ਲੌਜ਼ ਨੂੰ ਤੋੜਦੇ ਹੋਏ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਇਹ ਸਾਰੀ ਟ੍ਰੇਨਿੰਗ ਆਪਣੇ ਪਿਤਾ ਜੀ ਤੋਂ ਲੈ ਲਈ, ਤਾਂ
ਅੱਜ ਦੀ ਉਸ ਗੱਲ ਨਾਲ ਇਹ ਲਿੰਕ ਹੈ ਕਿ ਕਿਉਂ ਉਹ 30 ਸਾਲ ਦਾ ਇਤਿਹਾਸ ਅਸੀਂ ਨਹੀਂ ਦੱਸ ਸਕਦੇ ਪਏ ਕਿ ਕੀ ਕਾਰਨ ਹੋਣਗੇ। ਹੁਣ ਆਰਾਮ ਨਾਲ ਸਮਝਣਾ, ਕੱਲ ਦੇ ਮੈਂ 2 ਐਪੀਸੋਡਸ ਦੱਸ ਦਿੱਤੇ ਕਿ ਅਗਰ 52 ਰਾਜਿਆਂ ਨੂੰ ਛੁਡਵਾ ਕੇ ਮੁਗਲਾਂ ਦਾ ਸਮਝੌਤਾ ਉਹਨਾਂ 52 ਰਾਜਿਆਂ ਨਾਲ ਕਰਵਾਇਆ, ਜਿਹਦੇ ਚ 22 ਦੇ 22 ਹਿਮਾਚਲ ਦੇ ਰਾਜੇ ਸਨ, ਈਵਨ ਸਿੱਕਮ ਦਾ ਰਾਜਾ ਸੀ, ਜੰਮੂ ਕਸ਼ਮੀਰ ਦਾ ਰਾਜਾ ਸੀ, ਜੰਮੂ ਦਾ ਰਾਜਾ ਸੀ, ਔਰ ਸਾਰਾ ਮਰਾਠਾਵਾੜ ਦੇ 10 ਰਾਜੇ ਸਨ, ਔਰ ਬਾਕੀ ਦੇ ਰਾਜਪੂਤਾਨੇ ਦੇ ਰਾਜੇ ਸਨ। ਇਹਨਾਂ ਸਾਰਿਆਂ ਨੇ ਸਿੱਖੀ ਨੂੰ ਧਾਰਨ ਕਰਨ ਦਾ ਆਪਣੇ ਮਨ ਵਿੱਚ ਉਹਨਾਂ ਦੇ ਆ ਗਿਆ ਸੀ। ਜਿਵੇਂ ਅੱਜ ਸਿੱਖ ਏਡ ਖਾਲਸਾ ਏਡ ਸੇਵਾ ਕਰਦੀ ਹੈ ਤੇ ਲੋਕ ਕਹਿੰਦੇ ਨੇ ਨਾ, ਕਾਸ਼ ਅਸੀਂ ਵੀ ਸਿੱਖ ਬਣੀਏ। ਕਿਸਾਨ ਅੰਦੋਲਨ ਦੇ ਵਿੱਚ ਲੋਕੀ ਸਿੱਖ ਬਣਨੇ ਸ਼ੁਰੂ ਹੋਏ ਨੇ, ਐਡਮਿਟ ਕੀਤਾ ਉਹਨਾਂ ਨੇ ਸਟੇਜਾਂ ਦੇ ਉੱਪਰ, ਹਰਿਆਣਵੀ ਬੋਲੀ ਚ ਬੋਲੇ ਨੇ ਕਿ ਸਾਨੂੰ ਸਾਡੇ ਗੋਤਰ ਦੇ ਨਾਲ ਰਾਖਸ਼ ਲਿਖਿਆ ਪੰਡਤ ਨੇ, ਇਸ ਨਾਲੋਂ ਅਸੀਂ ਖਾਲਸਾ ਹੀ ਬਣ ਜਾਈਏ। ਇਵੇਂ ਹੀ ਜਦੋਂ 52 ਰਾਜਿਆਂ ਦੇ ਥਰੂ ਉਹਨਾਂ ਦੀਆਂ ਸਾਰੀਆਂ ਆਰਮੀਜ਼ ਔਰ ਪਬਲਿਕ ਦੇ ਵਿੱਚ ਇੱਕ ਗੱਲ ਜਾਗ ਪਈ ਕਿ ਸਿੱਖ ਹੀ ਬਣਨਾ ਹੈ, ਇਸ ਕਰਕੇ ਸਿੱਖੀ ਬਹੁਤ ਭਾਰੀ ਫੈਲ ਗਈ। ਹੁਣ ਅਗਰ 1613 ਦੇ ਵਿੱਚ ਸੱਚੇ ਪਾਤਸ਼ਾਹ ਦਾ ਜਨਮ 1621 ਵਿੱਚ ਹੋਇਆ ਤੇ ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਦੀਆਂ 3 ਸ਼ਾਦੀਆਂ ਹੋਈਆਂ ਨੇ, ਇਹ ਗੱਲ ਮਾਈਂਡ ਵਿੱਚ ਰੱਖਣੀ ਹੈ ਕਿ ਗੁਰੂ ਤੇਗ ਬਹਾਦਰ ਵਾਂਝੇ ਰਹਿ ਗਏ। ਗੁਰੂ ਤੇਗ ਬਹਾਦਰ ਦੇ ਨਾਲ ਸਾਈਕੋਲੋਜੀਕਲ ਕੀ ਕਾਰਨ ਹੋਇਆ? ਜਿਵੇਂ ਸਾਡੇ ਘਰਾਂ ਵਿੱਚ ਕੋਈ ਬੱਚਾ ਡਿਪਰੈਸ਼ਨ ਹੀ ਚਲਾ ਜਾਂਦਾ ਹੈ, ਵਾਂਝਾ ਰਹਿ ਜਾਂਦਾ, ਕਿਧਰੇ ਇਹ ਕਾਰਨ ਤੇ ਨਹੀਂ? ਤਾਂ ਮੈਂ ਆਪ ਜੀ ਨੂੰ ਜਾਣ ਕੇ ਕੁਐਸਚਨ ਕਰਾਂਗਾ ਸਾਹ ਲੈਣ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਦੀਆਂ 3 ਸ਼ਾਦੀਆਂ ਵਿੱਚੋਂ ਪਹਿਲੀ ਸ਼ਾਦੀ ਕਿਹਨਾਂ ਦੇ ਨਾਲ ਹੋਈ? ਮਾਤਾ ਜੀ ਦੇ ਨਾਲ ਬੋਲੋ, ਮਾਤਾ ਦਮੋਦਰੀ ਜੀ। ਮਾਤਾ ਦਮੋਦਰੀ ਜੀ। ਇਹਨਾਂ ਦੀ ਕੁੱਖ ਦੇ ਵਿੱਚੋਂ ਜਿਹੜਾ ਪਹਿਲਾ ਬੱਚਾ ਹੋਇਆ ਉਹਦਾ ਨਾਮ ਗੁਰਦਿੱਤਾ ਮੱਲ ਸੀ ਤੇ ਨੈਚੁਰਲੀ ਉਹੀ ਗੁਰਗੱਦੀ ਦਾ ਹੱਕਦਾਰ ਹੋਣਾ ਚਾਹੀਦਾ ਸੀ। ਤੇ ਦੂਸਰੀ ਉਹਨਾਂ ਦੀ ਬੇਟੀ ਹੋਈ ਮਾਤਾ ਵੀਰੋ, ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਨਾਨਕੀ, ਜਿਨ੍ਹਾਂ ਦਾ ਵਿਆਹ ਪਹਿਲੀ ਸ਼ਾਦੀ ਹੋਈ ਮਾਤਾ ਦਮੋਦਰੀ ਜੀ, ਦੂਜੀ ਸ਼ਾਦੀ ਕਿਹਦੇ ਨਾਲ ਹੋਈ? ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ। ਸ਼ਾਬਾਸ਼। ਮਾਤਾ ਨਾਨਕੀ ਜੀ ਦੀ ਕੁੱਖ ਦੇ ਵਿੱਚੋਂ ਨਾ ਸੂਰਜਮਲ ਪੈਦਾ ਹੋਇਆ, ਨਾ ਅਣੀ ਰਾਏ ਪੈਦਾ, ਨਾ ਅਟਲ ਪੈਦਾ ਹੋਇਆ। ਇਹ 2 ਗੱਲਾਂ ਮਾਈਂਡ ਵਿੱਚ ਰੱਖਣ ਤੋਂ ਬਾਅਦ ਮੈਂ ਵੀ ਰਾਤੀ ਸੋਚਦਾ ਰਿਹਾ ਮਨਦੀਪ ਦੀ ਗੱਲ ਦੀ ਕਿ ਭੋਰੇ ਵਿੱਚ ਕੀ ਕਰਦੇ ਰਹੇ ਬੈਠੇ ਹੋਏ, ਤੇ ਤੁਸੀਂ ਵੀ ਸਾਰਿਆਂ ਨੇ ਕਿਹਾ ਉਹਦੇ ਹੀ ਸਿਰਫ ਬੇਸ ਬਣਾਉਣ ਤੋਂ ਬਾਅਦ ਹੀ ਮੈਂ ਅੱਗੇ ਚੱਲ ਸਕਦਾ। ਤਾਂ ਤੀਸਰੀ ਮਾਤਾ ਜੀ ਦਾ ਕੀ ਨਾਂ ਸੀ? ਤੀਸਰੀ ਸ਼ਾਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਹੜੀ ਮਾਤਾ ਨਾਲ ਹੋਈ? ਨਾਲ ਬੋਲੋ, ਮਾਤਾ ਮਹਾਦੇਵੀ ਜੀ। ਮਾਤਾ ਮਹਾਦੇਵੀ ਜੀ। ਉਹਨਾਂ ਦਾ ਨਾਮ ਮਰਵਾਹੀ ਸੀ, ਤੀਸਰੀ ਪਤਨੀ ਦਾ। ਤਾਂ ਇਹ 6 ਬੱਚਿਆਂ ਦਾ ਅਗਰ ਗੁਰੂ ਤੇਗ ਬਹਾਦਰ ਦੇ ਉਦੋਂ ਸਾਰੇ ਸੱਕੇ ਹੀ ਮੰਨੇ ਜਾਂਦੇ ਸਨ। ਜਦੋਂ 2 ਬੱਚੇ ਚਲੇ ਗਏ ਤੇ ਕੀ ਕਾਰਨ ਹੋਇਆ ਕਿ 1628, 1630, 1632, 1634 ਦੇ ਚਾਰੋਂ ਯੁੱਧ ਗੁਰੂ ਤੇਗ ਬਹਾਦਰ ਨੇ ਅੱਖਾਂ ਨਾਲ ਵੀ ਦੇਖੇ ਨੇ ਤੇ ਪਾਰਟਿਸਿਪੇਟ ਵੀ ਕੀਤਾ ਹੈ। ਇੱਕ ਯੁੱਧ ਨੂੰ ਤੇ ਹਾਈਲਾਈਟ ਕੀਤਾ ਗਿਆ, ਪਰ ਮੇਰਾ ਤੇ ਮੰਨਣਾ ਇਹ ਹੋਏਗਾ ਕਿ ਜਦੋਂ 1628 ਵਿੱਚ ਬੀੜ ਚੁੱਕ ਲਈ ਗਈ ਹਰਮੰਦਰ ਸਾਹਿਬ ਵਿੱਚੋਂ, ਬਾਹਰ ਖਾਲਸਾ ਕਾਲਜ ਦੇ ਕੋਲ ਯੁੱਧ ਹੋ ਰਿਹਾ ਹੈ, 2 ਦਿਨ ਯੁੱਧ ਹੋਇਆ ਹੈ। ਆਪ ਸਾਰੇ ਇਸ ਗੱਲ ਤੋਂ ਵਾਕਿਫ ਹੋ ਨਾ ਸਾਧ ਸੰਗਤ ਜੀ? ਹਾਂਜੀ। ਸ਼ਾਬਾਸ਼। ਤਾਂ ਗੁਰੂ ਤੇਗ ਬਹਾਦਰ ਨੇ ਅੱਖਾਂ ਨਾਲ ਦੇਖਿਆ ਨਾ, 7 ਸਾਲ ਦੀ ਉਮਰ ਵਿੱਚ 1621 ਦਾ ਬਰਥ, 1628 ਦਾ ਯੁੱਧ, 7.5 ਸਾਲ ਦੀ ਆਯੂ ਵਿੱਚ ਬੱਚਾ ਗੁਰੂ ਤੇਗ ਬਹਾਦਰ ਅੱਖਾਂ ਨਾਲ ਦੇਖ ਰਹੇ ਨੇ ਕਿ ਹਰਮੰਦਰ ਸਾਹਿਬ ਵਿੱਚੋਂ ਭੀੜ ਚੁੱਕ ਕੇ ਸਭ ਤੋਂ ਪਹਿਲੇ ਸੰਭਾਲੀ ਗਈ। ਔਰ ਮੈਂ ਪਰਿਵਾਰ ਦੀ ਤਰ੍ਹਾਂ ਹੀ ਬੋਲ ਰਿਹਾ ਵਾਂ, ਜਾਣ ਕੇ ਕੁਐਸਚਨ ਕਰਦਾ ਵਾਂ ਇੰਟਰੈਕਸ਼ਨ ਵਾਸਤੇ
ਕਿ ਆਪ ਦੱਸੋ ਕਿ ਬੀੜ ਨੂੰ ਸੰਭਾਲਣਾ ਯੁੱਧ ਦੇ ਪ੍ਰਤੀ ਤੇ ਜ਼ਰੂਰੀ ਸੀ, ਪਰ ਬੀੜ ਭੇਜੀ ਕਿੱਥੇ ਗਈ ਔਰ ਕਿਉਂ ਭੇਜੀ? ਨਾਲ ਬੋਲੋ। ਝਬਾਲ ਪਿੰਡ ਵਿੱਚ ਬਾਬਾ ਬੁੱਢਾ ਸਾਹਿਬ ਜੀ, ਅਗਲੇ ਦਿਨ ਵੀਰੋ ਜੀ ਦਾ ਵਿਆਹ ਸੀ। ਹੁਣ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਐਪੀਸੋਡਸ ਜਿਹੜੇ ਹਾਈਲਾਈਟ ਕੀਤੇ ਜਾ ਰਹੇ ਨੇ, ਇਹ ਕੋਈ ਜ਼ਿਆਦਾ ਦੇਰ ਨਹੀਂ ਲੱਗਣੀ, ਬਸ ਉਹੀ ਗੱਲਾਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਚਲੇ ਗਏ, 5 ਸਾਲ ਉੱਥੇ ਰਹੇ, ਔਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਬੰਗਲਾਦੇਸ਼ ਵਿੱਚ 9 ਗੁਰਦੁਆਰੇ ਜਿਹੜੇ ਬਿਲਕੁਲ ਮਿੱਟੀ ਵਿੱਚ ਦਬਾ ਦਿੱਤੇ ਗਏ ਸਨ ਪਿਛਲੇ ਇਤਿਹਾਸ ਵਿੱਚ, ਉਹ ਪੰਜਾਬ ਦੇ ਮਹਾਨ ਸੰਤ ਜਿਨ੍ਹਾਂ ਨੇ ਆਪਣੇ ਲੈਵਲ ਤੇ ਗਵਰਨਮੈਂਟ ਨਾਲ ਕਨੈਕਟੀਵਿਟੀ ਕਰਕੇ ਬੰਗਲਾਦੇਸ਼ ਤੋਂ ਅੰਦਰ ਐਂਟਰੀ ਕਰਕੇ ਸੰਤਾਂ ਨੇ ਔਰ 9 ਦੇ 9 ਗੁਰਦੁਆਰੇ ਦੁਬਾਰਾ ਆਜ਼ਾਦ ਕਰਤੇ, ਸਰੋਵਰ ਬਣਾਤੇ, ਔਰ ਧੰਨ ਨੇ ਗੁਰਸਿੱਖੀ ਦੀਆਂ ਸੰਗਤਾਂ ਜਿਨ੍ਹਾਂ ਨੇ ਉਹਨਾਂ ਨੂੰ ਫੰਡਸ ਦਿੱਤੇ। ਇੱਕ ਜੈਕਾਰਾ ਛੱਡ ਕੇ ਮੈਨੂੰ ਸਾਹ ਦੇ। ਬੋਲੇ ਸੋ ਨਿਹਾਲ। ਜਦੋਂ ਅਗਲੇ ਦਿਨ ਮਾਤਾ ਵੀਰੋ ਜੀ ਦਾ ਵਿਆਹ ਹੋ ਰਿਹਾ ਸੀ, ਜਿਹੜੇ ਗੁਰੂ ਤੇਗ ਬਹਾਦਰ ਜੀ ਤੋਂ ਸਿਰਫ 3-4 ਸਾਲ ਵੱਡੇ ਸਨ, ਤਾਂ 1628 ਦਾ ਯੁੱਧ ਤੇ 30 ਦੇ ਯੁੱਧ ਵਿੱਚ ਮੈਂ ਇਹ ਰੈਫਰੈਂਸ ਦੇ ਦਿੰਦਾ ਹਾਂ ਕਿ ਮੈਨੂੰ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਵੱਡੇ ਕੇਸਰੀ ਜਥੇ ਨਾਲ। ਉੱਥੇ ਜਾ ਕੇ ਬਾਰਾਮੂਲਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਸਾਹਿਬ ਨੇ ਔਰ ਬਲੈਕ ਉੱਥੇ ਬੋਰਡ ਤੇ ਲਿਖਿਆ ਹੋਇਆ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਕਿਲੇ ਵਿੱਚੋਂ ਰਿਲੀਜ਼ ਹੋਏ, ਜਿਹੜਾ ਜਿਸ ਤਰ੍ਹਾਂ ਕਿ ਕੱਲ ਦੱਸਿਆ ਕਿ 1621 ਵਿੱਚ ਰਿਲੀਜ਼ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਦਾ ਜਨਮ ਹੋਇਆ। ਇਹ ਮਾਈਂਡ ਵਿੱਚ ਰਹੇਗੀ ਨਾ ਸਾਧ ਸੰਗਤ ਗੱਲ? ਹਾਂਜੀ। ਜਹਾਂਗੀਰ ਨੇ 1627 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਕਸ਼ਮੀਰ ਵਿੱਚ ਲਿਜਾ ਕੇ ਬਾਰਾਮੂਲਾ ਦੇ ਵਿੱਚ ਮੁਸਲਮਾਨਾਂ ਨੇ ਇੱਕ ਵੱਡਾ ਤਖਤ ਪ੍ਰੈਜ਼ੈਂਟ ਕੀਤਾ, ਗੁਰਦੁਆਰੇ ਵਿੱਚ ਲੱਗਿਆ, ਉਹਦੇ ਉੱਤੇ ਬੀੜ ਪਈ ਹੈ, ਉਹਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹਦੇ ਨਾਲ ਮੈਂ ਲਿੰਕ ਜੋੜਨ ਲੱਗਾ ਕਿ ਅਗਰ ਗੁਰੂ ਤੇਗ ਬਹਾਦਰ ਉਸ ਵਕਤ 6-7 ਸਾਲ ਦੇ ਸਨ ਤੇ ਉਹਨਾਂ ਨੂੰ ਪਤਾ ਹੈ ਨਾ ਕਿ ਜਹਾਂਗੀਰ ਨੂੰ, ਸ਼ਹਿਨਸ਼ਾਹ ਹਿੰਦ ਨੂੰ, ਜਦੋਂ ਨੂਰ ਜਹਾਂ ਦੇ ਸਾਹਮਣੇ ਕਸ਼ਮੀਰੀਆਂ ਨੇ ਹਰੇ ਰੰਗ ਦਾ ਸਲੈਬ ਸਟੋਨ ਤਖਤ ਦੇ ਵਿੱਚ ਪ੍ਰੈਜ਼ੈਂਟ ਕੀਤਾ ਤੇ ਉਹਦੇ ਮੂੰਹ ਵਿੱਚੋਂ ਨਿਕਲਿਆ ਕਿ ਮੈਂ ਇਸ ਦੇ ਲਾਇਕ ਨਹੀਂ ਹਾਂ, ਜਿਤਨੇ ਮਹਾਨ ਵਿਦਵਾਨ ਔਰ ਰੱਬੀ ਰੂਹ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਤਖਤ ਉਹਨਾਂ ਨੂੰ ਹੀ ਪ੍ਰੈਜ਼ੈਂਟ ਹੋਣਾ ਚਾਹੀਦਾ। ਇੱਕ ਜੈਕਾਰਾ ਛੱਡ। ਬੋਲੇ ਸੋ ਨਿਹਾਲ। ਜਦੋਂ ਪ੍ਰਧਾਨ ਸਾਹਿਬ ਨੇ ਬਾਰਾਮੂਲਾ ਵਿੱਚ ਸਾਡੀ ਸੰਗਤ ਜਿਹੜੇ 100 ਬੰਦੇ ਸਨ ਲਗਭਗ, ਉਹ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੋਂ ਥੱਲੇ ਕਪੜਾ ਚੁੱਕ ਕੇ ਉਹ ਸਲੈਬ ਦਿਖਾਇਆ ਤੇ ਅਸੀਂ ਅਸ਼ਸ਼ ਹੋ ਗਏ ਔਰ ਸਾਡੀ ਸੋਚ ਇੱਥੇ ਚਲੀ ਗਈ ਕਿ ਸ਼ਹਿਨਸ਼ਾਹ ਹਿੰਦ ਨੇ ਜਿਹਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਰੱਖਿਆ ਹੋਇਆ ਸੀ ਸ਼ੱਕ ਵਿੱਚ ਕਿ ਕਸ਼ਮੀਰ ਦੇ ਲੋਕ دیਵਾਨੇ ਹੋ ਚੁੱਕੇ ਨੇ ਗੁਰੂ ਹਰਗੋਬਿੰਦ। ਮਟਨ ਦੇ ਵਿੱਚ ਜਿੱਥੇ ਗੁਰੂ ਨਾਨਕ ਜੀ ਨੇ ਨਾਨੂ ਪੰਡਤ ਦੇ ਨਾਲ ਵਿਚਾਰ ਕੀਤੀ, ਉੱਥੇ ਗੁਰੂ ਹਰਗੋਬਿੰਦ ਸਾਹਿਬ ਹਰ ਜਗ੍ਹਾ ਤੇ ਹੀ ਗਏ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਇਹਦਾ ਕੀ ਰੈਲੇਵੈਂਸੀ ਹੈ ਕਿ ਜਦੋਂ 1628 ਦੇ ਵਿੱਚ ਬੀੜ ਝਬਾਲ ਤੋਂ ਵਿਆਹ ਕਰਾ ਕੇ 1630 ਦੇ ਯੁੱਧ ਵਿੱਚ ਕਿੱਥੇ ਪਹੁੰਚ ਗਈ? ਨਾਲ ਬੋਲੋ ਕਰਤਾਰਪੁਰ ਸਾਹਿਬ। ਕਰਤਾਰ ਜਲੰਧਰ ਦੇ ਜੀਟੀ ਰੋਡ ਤੇ ਕਰਤਾਰਪੁਰ ਮੇਨ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਬਣਾਇਆ ਸੀ, ਉਸ ਸ਼ਹਿਰ ਦੇ ਵਿੱਚ ਧੀਰਮਲ ਜੋ ਗੁਰੂ ਤੇਗ ਬਹਾਦਰ ਦਾ ਵੱਡਾ ਭਤੀਜਾ ਸੀ ਔਰ ਉਮਰ ਵਿੱਚ ਸਿਰਫ 5 ਸਾਲ ਛੋਟਾ ਸੀ, ਬਾਬਾ ਗੁਰਦਿੱਤਾ ਮਲ ਜੀ ਦਾ ਵੱਡਾ ਬੇਟਾ ਤੇ ਗੁਰੂ ਹਰੀ ਰਾਏ ਜੀ ਦਾ ਵੱਡਾ ਭਰਾ, ਉਹਦਾ ਕੀ ਨਾਂ ਸੀ ਜੀ ਸਾਧ ਸੰਗਤ ਜੀ? ਧੀਰਮਲ। ਇਹ ਬੇਸ ਬਣਾਉਣ ਵਾਸਤੇ ਆਪ ਨੇ ਮੈਨੂੰ ਚਾਂਸ ਦਿੱਤਾ ਕਿ ਤੁਸੀਂ ਵੱਡੇ ਸਪੈਕਟਰਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖੋ
कि वो ਜਿਹੜੇ ਟਰੈਕਸ ਤੇ ਰਟੀਆਂ ਰਟਾਈਆਂ ਡੇਟਾਂ ਔਰ 4 ਐਪੀਸੋਡਸ ਤੁਹਾਨੂੰ ਸਭ ਨੂੰ ਆਉਂਦੇ ਨੇ। ਮੈਂ ਆਪਣੇ ਢੰਗ ਨਾਲ ਬੋਲ ਦਾਂਗਾ, ਤੁਸੀਂ ਆਪਣੇ ਢੰਗ ਨਾਲ। ਕੀ ਮੈਂ ਠੀਕ ਬੋਲ ਰਿਹਾ ਸਾਧ ਸੰਗਤ ਜੀ? ਜਦੋਂ ਧੀਰਮਲ ਗੁਰੂ ਹਰਗੋਬਿੰਦ ਦਾ ਪੋਤਰਾ ਹੈ ਔਰ ਗੁਰੂ ਹਰਗੋਬਿੰਦ ਗੁਰਦਿੱਤਾ ਮਲ ਜੀ ਨੂੰ ਗੁਰਗੱਦੀ ਦੇਣਾ ਚਾਹੁੰਦੇ ਨੇ ਔਰ ਬੀੜ 1628 ਵਿੱਚ ਕਰਤਾਰਪੁਰ ਚਲੀ ਗਈ, ਤਾਂ ਉਹਦੇ ਨਾਲ ਇਸ ਗੱਲ ਦਾ ਕੀ ਕਨੈਕਸ਼ਨ ਹੈ ਕਿ ਮੈਂ ਬੜਾ ਸਾਹ ਲੈ ਕੇ ਆਪ ਜੀ ਨੂੰ ਇਸ ਬੇਸ 'ਚ ਬਣਾਇਆ ਕਿ ਜਦੋਂ ਜਹਾਂਗੀਰ ਦੇ ਨਾਲ ਗਵਾਲੀਅਰ ਤੋਂ ਦਿੱਲੀ ਦੇ ਵਿੱਚ ਉਹ ਸਮਝੌਤਾ ਮਜਨੂ ਕੇ ਟਿੱਲੇ ਦੇ ਵਿੱਚ 52 ਰਾਜਿਆਂ ਨੂੰ 52 ਘੋੜੇ ਪ੍ਰੈਜ਼ੈਂਟ ਕਰਾਣਾ, ਮੁਗਲ ਆਰਮੀ ਦੇ ਥਰੂ, ਮੁਗਲ ਸਲਤਨਤ ਦੇ ਥਰੂ ਐਗਰੀਮੈਂਟ ਕਰਾਣਾ ਔਰ ਜੀਟੀ ਰੋਡ ਦੇ ਉੱਪਰ ਅੰਮ੍ਰਿਤਸਰ ਸਿੱਖਾਂ ਦਾ ਟੋਲਾ ਅਲੱਗ ਚੱਲ ਰਿਹਾ ਹੈ ਔਰ ਜਹਾਂਗੀਰ ਦੀ ਆਰਮੀ ਨਾਲ ਚੱਲ ਰਹੀ ਹੈ। ਜਿਨ੍ਹਾਂ ਨੇ ਇਸ ਐਪੀਸੋਡ ਨੂੰ ਪੜ੍ਹਿਆ ਉਹ ਮੇਰਾ ਇੰਜ ਕਰਕੇ ਹੱਥ ਉੱਚਾ ਕਰਕੇ ਕਹਿ ਦਿਓ ਕਿ ਹਾਂ ਅਸੀਂ ਇਹ ਐਪੀਸੋਡ ਪੜ੍ਹਿਆ ਹੋਇਆ। ਠੀਕ ਹੈ ਸਾਧ ਸੰਗਤ ਜੀ? ਹਾਂਜੀ। ਤਾਂ ਰਸਤੇ ਵਿੱਚ ਚੰਦੂ ਜਿਹੜਾ ਹੈਂਡਓਵਰ ਕਰ ਦਿੱਤਾ ਗਿਆ ਸੀ ਜੀਟੀ ਰੋਡ ਦੇ ਉੱਪਰ, ਜਿੱਥੇ ਜਿੱਥੇ ਰਾਤ ਸ਼ਾਮ ਪੈਂਦੀ ਲੋਕੀ ਉਸ ਨੂੰ ਜੁੱਤੀ ਮਾਰਨ ਆਉਂਦੇ ਚੰਦੂ ਨੂੰ ਕਿ ਤੂੰ ਗੁਰੂ ਹਰਗੋਬਿੰਦ ਗੁਰੂ ਅਰਜਨ ਦੇਵ ਜੀ ਦੇ ਸਿਰ ਦੇ ਵਿੱਚ ਰੇਤ ਪਾਉਂਦਾ ਰਿਹਾ। ਤੇ ਜਦੋਂ ਉਹ ਜਗ੍ਹਾ ਆਈ ਜਿਸ ਦਾ ਨਾਂ ਹਰਗੋਬਿੰਦਪੁਰ ਬਣ ਗਿਆ, ਕਰਤਾਰਪੁਰ ਔਰ ਹਰਗੋਬਿੰਦਪੁਰ ਬਿਲਕੁਲ ਨੇੜੇ ਨੇੜੇ। ਠੀਕ ਹੈ ਜੀ? ਹਾਂਜੀ। ਵਾਹਿਗੁਰੂ ਜੀ। ਜਦੋਂ ਚੰਦੂ ਦਾ ਉਹ ਪਿੰਡ ਆ ਗਿਆ, ਚੰਦੂ ਅੰਮ੍ਰਿਤਸਰ ਵਿੱਚ ਜਾ ਕੇ ਮਰ ਗਿਆ, ਉਹ ਭੀੜ ਜਿਹੜੀ ਕਰਤਾਰਪੁਰ ਧੀਰਮਲ ਲੈ ਗਿਆ, ਗੁਰੂ ਹਰਗੋਬਿੰਦ ਸਾਹਿਬ ਨੂੰ 2 ਸਾਲ ਉਸ ਇਲਾਕੇ ਵਿੱਚ ਧੀਰਮਲ ਦੀ ਵਜ੍ਹਾ ਕਰਕੇ, ਆਪਣੇ ਸਕੇ ਪੋਤਰੇ ਦੀ ਵਜ੍ਹਾ ਕਰਕੇ, ਜਿਹੜਾ ਜਲੰਧਰ ਦੀਆਂ ਨਵਾਬ ਦੇ ਨਾਲ ਦੋਸਤੀ ਔਰ ਕੋਰਟਸ ਦੇ ਵਿੱਚ ਆਪਣੀ ਵਾਕਫੀਅਤ ਰੱਖਦਾ ਸੀ ਔਰ ਕਲਗੀ ਲਗਾਉਂਦਾ ਸੀ, ਉਸ ਭੀੜ ਨੂੰ ਉਹਨੇ ਕੈਪਚਰ ਕਰ ਲਿਆ। ਇਸ ਦੇ ਉੱਪਰ ਹੋਰ ਟਾਈਮ ਕਦੀ ਫਿਰ ਦੁਬਾਰਾ ਬੋਲ ਦਿਆਂਗੇ। ਅੱਜ ਇਸ ਗੱਲ ਨੂੰ ਜੋੜਨ ਵਾਸਤੇ ਕਿ ਕਿਉਂ ਗੁਰੂ ਤੇਗ ਬਹਾਦਰ ਇੰਜ ਮਹਿਸੂਸ ਕੀਤੇ ਗਏ ਕਿ ਉਹ 20 ਸਾਲ ਭੋਰੇ 'ਚ ਬੈਠੇ ਰਹੇ, ਉਹਦੇ ਉੱਪਰ ਮੈਂ ਕਲੈਰਿਟੀ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਪ੍ਰਿਥੀ ਚੰਦ ਦਾ ਲੜਕਾ ਕਰਮੂ ਸੀ, ਕਰਮਚੰਦ ਸੀ, ਉਹ ਚੰਦੂ ਦਾ ਲੜਕਾ, ਉਸ ਜ਼ਮੀਨ ਨੂੰ ਜਿਹੜੀ ਚੰਦੂ ਦੀ ਜ਼ਮੀਨ ਸੀ, ਉਹ ਜਹਾਂਗੀਰ ਨੇ ਆਰਡਰ ਕੀਤਾ ਕਿ ਉਹਦਾ ਘਰ ਘਾਟ ਸਾਰਾ ਸਿੱਖ ਸੰਗਤ ਨੂੰ ਦੇ ਦਿੱਤਾ ਜਾਏ ਔਰ ਉਹ ਸਾਰਾ ਸ਼ਹਿਰ ਅਖੀਰ ਤੇ ਹਰਗੋਬਿੰਦਪੁਰਾ ਬਣ ਗਿਆ। ਜਿਹੜੀ ਚੰਦੂ ਦੀ ਜ਼ਮੀਨ ਸੀ, ਉੱਥੇ ਉਸ ਇਲਾਕੇ ਦਾ ਜਿਹੜਾ ਵੱਡਾ ਬੰਦਾ ਸੀ ਰਤਨ ਚੰਦ ਕਰੇੜ, ਇੱਕ ਹਿੰਦੂ ਖੱਤਰੀ, ਉਹਨੇ ਸਿੱਖਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜਦੋਂ ਉੱਥੇ 2 ਸਾਲ ਰਹੇ, ਮਸੀਤਾਂ ਵੀ ਬਣਵਾਈਆਂ, ਮੰਦਿਰ ਵੀ ਬਣਵਾਏ, ਮੁਸਲਮਾਨਾਂ ਦਾ ਵੀ ਫੇਥ ਵਿਨ ਕੀਤਾ ਔਰ ਹਰਮੰਦਰ ਸਾਹਿਬ ਵਾਪਸ ਨਹੀਂ ਗਏ। ਇਹਦੇ ਉੱਪਰ ਬੁੱਕਸ ਦੇ ਵਿੱਚ ਕਿਧਰੇ ਕੋਈ ਰੈਫਰੈਂਸ ਨਹੀਂ ਹੈ, ਕਿਉਂਕਿ ਲਾਹੌਰ ਦੇ ਗਵਰਨਰ ਮੁਖਲਿਸ ਖਾਨ ਜਨਰਲ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦੂਜੇ ਦਿਨ ਲੋਹਗੜ੍ਹ ਤੋਂ ਬਾਹਰ ਨਿਕਲ ਕੇ ਉਹਦੇ 2 ਅਟੈਕ ਚੱਲੇ ਔਰ ਫਿਰ ਕਿਹਾ ਕਿ ਹੁਣ ਸਾਡਾ ਅਟੈਕ ਚੱਲ। ਸਾਧ ਸੰਗਤ ਜੀ, ਇਸ ਸੀਨ ਨੂੰ ਵੀ ਕਿਸੇ ਨੇ ਪੜ੍ਹਿਆ ਹੋਵੇਗਾ। ਹਾਂਜੀ। 1628 ਦਾ ਜਿਹੜਾ ਪਹਿਲਾ ਯੁੱਧ ਹੈ, ਗਵਰਨਰ ਆਫ ਲਾਹੌਰ ਦੇ ਜਨਰਲ ਮੁਖਲਿਸ ਖਾਨ ਨੂੰ ਉਹਦੇ ਸਿਰ ਦੇ ਵਿੱਚ, ਹੈਲਮੇਟ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਖੰਡਾ ਮਾਰਿਆ ਔਰ ਉਹਦੀ ਜ਼ਰਾ ਬਕੱਤਰ, ਉਹਦੀ ਲੋਹੇ ਦੀ ਡਰੈਸ ਚੀਰਦੀ ਹੋਈ ਸੈਂਟਰ ਚੋਂ 2 ਟੁਕੜੇ ਕਰਕੇ ਉਹਦੇ ਕੋੜੇ ਦੇ ਵੀ 2 ਟੁਕੜੇ ਕਰ ਦਿੱਤੇ। ਹੁਣ ਜੈਕਾਰਾ ਚ ਬੋਲੇ ਸੋ ਨਿਹਾਲ। ਗੁਰੂ ਤੇਗ ਬਹਾਦਰ ਸਾਹਿਬ ਇਸ ਚੀਜ਼ ਦੇ ਐਵੀਡੈਂਸ ਸਨ 7 ਸਾਲ 8 ਸਾਲ ਦੀ ਉਮਰ ਵਿੱਚ ਕਿ ਮੇਰੇ ਪਿਤਾ ਨੇ ਇੰਨਾ ਵੱਡਾ ਕੰਮ ਕੀਤਾ ਕਿ ਲਾਹੌਰ ਦੀ ਆਰਮੀ ਵਾਪਸ ਚਲੀ ਗਈ ਪਰ ਲੜਾਈ ਸੈਂਟਰ ਗਵਰਨਮੈਂਟ ਨਾਲ ਪੈ ਗਈ
और सेंटर गवर्नमेंट दी वजह करके गुरु हरगोबिंद साहब 2 साल हरगोबिंदपुर मस्जिदां ते मंदिर बनवाते हुए हरमंदिर साहब वापस क्यों नहीं गए? साध संगत उत्थे प्रीति चंद का जोर सी। गुरु अर्जन देव जी दे हुंदिया होया भी प्रीति चंद बड़ा ताकतवर सी और उदा पुत्र करमू ते ए चंदू दा लड़का ते साडा तीरमल, इन्हां तिन्नां ने जलंधर दी कोर्ट्स दे विच एप्लीकेशन लगा दित्ती कि साडे पिता दे नाल इंसाफ होया, बेइंसाफी होई सी। किहदे नाल? प्रीति चंद नाल। इस करके गुरु हरगोबिंद साहब जी दे पोतरे ने करतारपुर विच भीड़ रख के अपनी गुरियाई चला ली। तां हैरानगी दी गल है कि गुरु हरगोबिंद साहब कोल जिहड़ी चंदू दी जमीन सी उत्थे दूजा युद्ध होया। 2000 जलंधर दे नवाब ने आर्मी भेजी। उस दूजे युद्ध दे विच जितन तो बाद तीरमल बेशर्म एक झाका ला के खड़ा हो गया और गुरु हरगोबिंद का तीसरा युद्ध किहड़ी जगह ते होया? 1632 विच मिराज दे इलाके विच, साबों की तलवंडी दे इलाके विच, जिथे साईंदास जी रहंदे सन। साईंदास जी कौन सन? गुरु हरगोबिंद साहिब दे सांडू सन। एक जुड़ गया साध संगत जी, लिंक जुड़ गया। हाँ जी। चौथा युद्ध किथे होया? करतारपुर दे विच, उसी शहर दे विच। उदों गुरु तेग बहादुर 13 साल दे सन। उस युद्ध विच उन्होंने पार्टिसिपेट किया। सारे हिस्टोरियंस लिखते हैं, क्योंकि पुराने लिखते हैं, नवे भी लिख देंगे ने, नवा अपने वालों कुछ नहीं लिखता क्योंकि उहदे कोल पुराना रिकॉर्ड नहीं है। हुण सवाल आप जी नूं है कि 1634 विच गुरु हरगोबिंद साहब इन्हां 4 युद्धां विच 28 तो लैके 34 तक 6 साल हरमंदिर साहब नहीं गए, तो उत्थे हरमंदिर साहब विच भीड़ भी नहीं है, तो उत्थे कौन मालिक ने? प्रीति चंद जी। प्रीति चंद जी दा पोतरा सोडी हरजी, जिन्हें अपना गुरु ग्रंथ साहब अलग लिख लिया सी, जेदा कल मैं रेफरेंस दिता कि वो 3200 समथिंग 40 अंक दी भीड़ दा प्रकाश हो गया। ਉਹਦੇ ਵਿੱਚ ਉਹਨਾਂ ਦੇ ਗੁਰੂ ਸੋਢੀ ਹਰਜੀ, ਸੋਢੀ ਕੁਲਜੀ और सुखमनी साहिब की जगह ते सुखमना नां दी बाणी भी उस ग्रंथ च लिख दी गई। और 96 साल बाद गुरु गोबिंद सिंह जी ने वो भीड़ मनी सिंह जी के द्वारा चुकवाई 1721 दे विच। कदों? 1628 विच श्री गुरु ओरिजिनल ग्रंथ साहब की भीड़ तो 1721 विच जदों गुरु गोबिंद सिंह ज्योति जोत समा गए, भाई मनी सिंह जी अकाल तखत दे उपर 300 स्कॉलर्स नूं संतां नूं बुला के सारियां बीड़ां 32 बीड़ां मंगा के कागजां दे उपर फटे हुए पत्रियां नूं ठीक करके उस भीड़ दा प्रकाश हरमंदिर साहब विच कराउण वास्ते उस भीड़ नूं बाहर कढिया। ये व्यू आप जी दे माइंड विच रहेगा कि गुरु तेग बहादुर दी जीवनी सुनन तो बाद 1634 विच जदों गुरु हरगोबिंद साहब कीरतपुर चले गए ते वो कदों ज्योति जोत समाए? नाल बोलो 1644 दी 3 मार्च नूं। 1644 3 मार्च 1644 नूं पतालपुरी बेसमेंट दे विच दीवान लगे होए तो बाद महाराज चौंकड़ी मार के समाधि दे विच ही समावेश हो गए। चौकड़ी मार के उन्होंने जीवन जोत छड़ी और गुरु हरि राय साहब नूं गुरियाई दिती है। ये इतनी लंबी गल दसन दा मतलब सी कि क्या उन्होंने अपना पुत्र गुरु तेग बहादुर याद नहीं आया? उस वक्त तक गुरदित्ता मल जी चले गए ने, अटल जी चले गए ने, अणी राय जी चले गए ने, ते सूरजमल जी किन्हां दे बेटे ने? गुरु हरगोबिंद साहब जी दे माता मरवाही जी, महादेवी जी दे। सूरजमल जी नूं अपॉइंट किया गया
ਜਦੋਂ ਗੁਰਦਿੱਤਾ ਮੱਲ ਜੀ ਨੇ 1628 ਵਿੱਚ ਕੀਰਤਪੁਰ ਦੇ ਵਿੱਚ ਹਿੰਦੂ ਰਾਜਿਆਂ ਦੇ ਇਨਵੀਟੇਸ਼ਨ ਦੇ ਉੱਪਰ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ, ਖਾਲਸਾ ਪੰਥ ਦੇ ਵਿੱਚ ਖਾਲਸਾ ਬਣ ਜਾਵਾਂਗੇ, ਤਾਂ ਕੀਰਤਪੁਰ ਦੀ ਜ਼ਮੀਨ ਇਕੱਠੀ ਕਰਕੇ ਹਰਮੰਦਰ ਸਾਹਿਬ ਤੋਂ ਦੂਰ, ਗੁਰੂ ਗੋਬਿੰਦ ਸਿੰਘ ਵੀ ਬ੍ਰੌਟ ਅਪ ਉੱਥੇ ਹੀ ਹੋਇਆ ਅਨੰਦਪੁਰ ਦੇ ਵਿੱਚ, ਕਿਉਂਕਿ ਸਾਰੇ 22 ਸੋਢੀ ਰਾਜਿਆਂ ਨੇ ਜੋ ਤਮਾਸ਼ਾ ਕੀਤਾ, ਜਿਸ ਦੀ ਸਾਖੀ ਹੁਣ ਅੱਜ ਤੇ ਨਹੀਂ ਸੁਣਾ ਸਕਾਂਗੇ, ਕੱਲ ਹੀ ਸੁਣਾਵਾਂਗੇ, ਕਿ ਮੱਖਣ ਸ਼ਾਹ ਲੁਬਾਣਾ ਜੇ ਪਹੁੰਚਿਆ ਤੇ ਉਸ ਤੋਂ ਪਹਿਲੇ ਹਾਲਾਤ ਕੀ ਸਨ। ਕਿ ਗੁਰੂ ਤੇਗ ਬਹਾਦਰ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਉਹਨਾਂ ਦਾ ਪਿਓ ਜ਼ਿੰਦਾ ਹੋਵੇ, ਉਹ ਲਾਡਲਾ ਪੁੱਤਰ ਹੋਵੇ ਸਭ ਤੋਂ ਛੋਟਾ, ਨਾਨਕੀ ਜੀ ਦੀ ਸਭ ਤੋਂ ਛੋਟੀ ਇੱਕੋ ਇੱਕ ਬੱਚਾ ਹੋਵੇ, ਬਾਕੀ ਸਾਰੇ ਬੱਚੇ ਚਲੇ ਜਾਣ, ਔਰ ਉਹ ਜੋ ਇਲਾਹੀ ਗੁਰੂ ਤੇਗ ਬਹਾਦਰ ਨੇ ਕੀਤਾ, ਕਿ ਉਹ ਕੋਈ ਹਿਊਮਨ ਥੋੜੀ ਸਨ, ਸਾਡੀ ਤਰ੍ਹਾਂ ਥੋੜੀ ਸੋਚਾਂ ਲਗਾਉਣੀਆਂ ਸਨ। ਉਹਨਾਂ ਨੂੰ ਇਹ ਗੱਲ ਪਤਾ ਸੀ ਕਿ ਇਹ ਜਿਹੜਾ 20 ਸਾਲ ਦਾ ਸਪੈਨ ਆ ਰਿਹਾ 1644 ਤੋਂ ਲੈ ਕੇ 1664 ਤੱਕ ਦਾ, ਗੁਰੂ ਹਰਕ੍ਰਿਸ਼ਨ ਸਾਹਿਬ ਕਦੋਂ ਜੋਤੀ ਜੋਤ ਸਮਾਏ? ਨਾਲ ਬੋਲੋ, 30 ਮਾਰਚ 1664। ਇਧਰੋਂ 3 ਮਾਰਚ 1644, ਉਧਰੋਂ 30 ਮਾਰਚ 1664। 20 ਸਾਲਾਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਿਆਈ ਕੀਤੀ 2.5 ਪੌਣੇ 3 ਸਾਲ, ਤੇ 17.5 ਸਾਲ ਗੁਰਿਆਈ ਕਿਹਨਾਂ ਨੇ ਕੀਤੀ? ਗੁਰੂ ਹਰੀ ਰਾਏ ਸਾਹਿਬ ਨੇ। ਤੇ ਗੁਰੂ ਹਰੀ ਰਾਏ ਸਾਹਿਬ ਕੌਣ ਨੇ? ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਦੇ ਬੇਟੇ ਨੇ। ਤਾਂ ਇਹ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਦੂਰ ਦ੍ਰਿਸ਼ਟੀ ਸੀ ਕਿ ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੂਰਾ ਅਧਿਐਨ ਕਰਕੇ ਉਸੇ ਪੈਟਰਨ ਦੇ ਉੱਪਰ, ਮੈਂ ਬੜੀ ਆਰਾਮ ਨਾਲ ਇਸ ਗੱਲ ਨੂੰ ਫਿਰ ਕਦੀ ਦੁਬਾਰਾ ਦੱਸਾਂਗਾ, 200-400 ਗੁਰੂ ਘਰ ਦੇ ਬੱਚਿਆਂ ਨੂੰ ਨਾਨਕ ਦੀ ਮੋਹਰ ਲਾ ਕੇ ਗੁਰਬਾਣੀ ਰਚਨ ਦੇ ਸਾਡੇ ਕੋਲ ਪੂਰੇ ਸਬੂਤ ਨੇ। ਠੀਕ ਹੈ, ਸਿੱਖ ਐਥਿਕਸ ਕਹਿੰਦੇ ਨੇ ਕਿ ਨਾਨਕ ਦੀ ਮੋਹਰ ਕੋਈ ਨਹੀਂ ਲਾ ਸਕਦਾ ਜਦੋਂ ਤੱਕ ਉਹਨੂੰ ਗੁਰਿਆਈ ਨਹੀਂ ਮਿਲਦੀ, ਪਰ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਸੀ, ਭਾਗ ਹੋਆ ਗੁਰੂ ਸੰਤ ਮਿਲਾਇਆ, ਪ੍ਰਭ ਅਬਿਨਾਸੀ घर में पाया, सेव करी पल चसा ना बिछड़ा जन, नानक दास तुम्हारे जियो। तां गुरु रामदास जी ने उठ के मथा टेकिया सी कि तन गुरु अर्जन देव जी तैं जन्मत तंग गुरमत ब्रह्म पछ। उस दे विच जिहड़ा 3240 अंक दा बीड़ बरनाला विच पई हुई है, और मैं देख के आया उस भीड़ दे विच एक शब्द लिखिया होया है, नाल बोलना कच्ची बाणी ते पक्की बाणी किवें अलग अलग की जा सकती। नाल बोलना शब्द है धरती, शब्द है धरती, शब्द है आकाश, शब्द है आकाश, शब्दो शब्द भया प्रकाश, शब्दो शब्द भया प्रकाश, सगली धरती शब्द के पाछे, सगली धरती शब्द के पाछे, नानक शब्द घटे घट आछे। नानक शब्द घटे घट ये गुरु ग्रंथ साहब दा शब्द ही नहीं है। जदों अकबर दे लाहौर विच एक बहुत बड़ा धार्मिक इजलास होया और गुरु अर्जन देव जी ने सब तो बोलना सी, लखां लोग बैठे हुए सन अकबर दे टाइम, ਤਾਂ ਮਿਹਰਬਾਨ ਪ੍ਰਿਥੀ ਚੰਦ ਦਾ ਲੜਕਾ ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਸੁਖਮਨਾ ਬਾਣੀ ਦੀਆਂ ਪੰਕਤੀਆਂ ਬੋਲ ਗਿਆ, ਔਰ ਫਿਰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਇਹ ਮੀਣੇ ਰੱਲਾ ਪਾ ਰਹੇ ਨੇ, ਬਾਣੀ ਜੁਦਾ ਜੁਦਾ ਕਰੀਏ। ਗੁਰੂ ਗ੍ਰੰਥ ਸਾਹਿਬ ਹੀ ਸੈਂਟਰਲ ਥੀਮ ਸੀ ਕਿ ਬਾਣੀ ਨੂੰ ਸੰਭਾਲਣਾ। ਕੱਚੀ ਬਾਣੀ ਨਾਨਕ ਦੀ ਮੋਹਰ ਦੇ ਤੱਲੇ 3200 ਅੰਕ ਵਾਲੇ ਚ ਲਿਖੀ ਪਈ ਸੀ। ਬਸ ਇਹਨਾਂ ਸ਼ਬਦਾਂ ਦੇ ਨਾਲ ਗੁਰੂ ਤੇਗ ਬਹਾਦਰ ਜੀ ਭੋਰਾ ਸਾਹਿਬ ਦੇ ਵਿੱਚ ਨਹੀਂ, ਜੋ ਸਿੱਖ ਐਥਿਕਸ ਸਨ ਕਿ ਜਿੰਨਾ ਦਸਵੰਦ, ਇਹ ਤੇ ਆਪ ਸਮਝ ਗਏ ਨਾ ਕਿ ਉਹਨਾਂ ਦੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਬੈਠੇ ਨੇ, ਔਰ ਬਕਾਲਾ ਸਾਹਿਬ ਵਿੱਚ ਕੌਣ ਬੈਠੇ ਹੋਏ ਨੇ? ਬਿਆਸ ਨਦੀ ਦੇ ਨਾਲ ਬਾਬਾ ਬਕਾਲਾ, ਮਾਤਾ ਨਾਨਕੀ ਔਰ ਗੁਰੂ ਤੇਗ ਬਹਾਦਰ ਇਕੱਲੇ ਕੀ ਕਰਦੇ ਨੇ? क्या उन्होंने अपने पिताजी को जान दा अलाउड नहीं है? कोई नाराजगी है? कोई हिस्टरी विच रेफरेंस नहीं आंदा कि गुरु तेग बहादुर अपने पिताजी को कीरतपुर जांदे हुंदे सन? जो मेरी अंदरली सोच कहती है
कि सारा सिख नैटवर्क बड़ा कमाल दा सी। उन्हां दी उस जोन दी जिवें मंजियां और पीड़े स्थापित होए सन। ये कदी हो सकता है कि गुरु तेग बहादुर इग्नोर्ड होण या गुरु तेग बहादुर साहब किसी मंजियां और पीड़े दे गुरु पुत्र हो के पूरा कंट्रोल ना करदे होण। पटवइयां दे विच बनारस और इलाहाबाद दियां 2 यात्रावां दा इस तो पहले जिक्र आया होया है। किहड़ी यात्रा तो पहले? जदों गुरु तेग बहादुर 1634 तो 44 तक मान लो 10 साल लगातार गुरु तेग हरगोबिंद दे जींदियां जी मज्जां गावां जमीनां तियां दे रिश्ते तियां दे विआह दे विच जिहड़ा दसवंध सारे पासे डिस्ट्रीब्यूट हुंदा सी, जिहड़ा अज सिर्फ सोने दे कलशां च लाया जांदा है। की कीता जांदा सी? जिन्ने मंजी प्रचारकां दे दसवंध सारे इंडिया चों नहीं सारे वर्ल्ड चों आंदे सन, उन्हां दसवंधां विचों जिवें असीं अज कड़ा प्रसाद अद्धा वापस दे दिंदे ने ते अद्धा रख लैंदे ने, वो प्रथा सी कि ਜਿਹੜੀਆਂ ਜਿਹੜੀਆਂ ਜ਼ਮੀਨਾਂ ਜਿਹੜੇ ਜਿਹੜੇ ਰਸਦਾਂ ਧੀਆਂ ਪੁੱਤਰ ਸੋਨਾ ਗੁਰੂ ਘਰ ਨੂੰ ਪ੍ਰੈਜ਼ੈਂਟ ਹੁੰਦਾ ਸੀ, ਇਲਾਕੇ ਦੀਆਂ ਸੰਗਤਾਂ ਨੂੰ ਅੱਧਾ ਵਾਪਸ ਦੇ ਦਿੱਤਾ ਜਾਂਦਾ ਸੀ। ਇਹ ਰਿਵਾਜ ਸੀ 36 ਮੰਜਿਆਂ ਤੇ 52 ਪੀੜਿਆਂ ਦਾ। ਇਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਿਹੜਾ ਦਸਵੰਧ ਆਂਦਾ ਸੀ ਗੁਰੂ ਪੁੱਤਰ ਸਮਝ ਕੇ, ਉਹ ਪੂਰਾ ਰਜਿਸਟਰ ਵਿੱਚ ਰਿਕਾਰਡ ਹੁੰਦਾ ਸੀ। ਉਹ ਕੀਰਤਪੁਰ ਜਾਂਦਾ ਸੀ, ਭਾਵੇਂ ਗੁਰੂ ਹਰੀ ਰਾਏ ਸਨ ਭਾਵੇਂ ਗੁਰੂ ਹਰਕ੍ਰਿਸ਼ਨ ਸਨ। ਇਹਦਾ ਹਿਸਟਰੀ ਵਿੱਚ ਕਿਧਰੇ ਜ਼ਿਕਰ ਨਹੀਂ, ਪਰ ਜੋ ਸਾਡੇ ਐਥਿਕਸ ਨੇ ਇਹ ਸਾਰੇ ਵਰਕਰਸ ਦੇ ਕੋਲ ਜਿਹੜਾ ਦਸਵੰਧ ਆਂਦਾ ਸੀ ਗੁਰੂ ਘਰ ਵਿੱਚ ਜਾਂਦਾ ਸੀ, ਉਹਨਾਂ ਤੋਂ ਵਾਪਸ ਆਂਦਾ ਸੀ। ਉਹ ਫਿਰ ਰਿਫੋਰਮੇਸ਼ਨ ਵਾਸਤੇ ਪਿੰਡਾਂ ਦੇ ਵਿੱਚ ਜ਼ਮੀਨਾਂ ਦੀ ਭਲਾਈ ਵਾਸਤੇ ਜਾਨਵਰ ਦਿੱਤੇ ਜਾਂਦੇ ਸਨ, ਧੀਆਂ ਦੇ ਵਿਆਹ ਕਰਾ ਜਾਂਦੇ ਹਨ, ਦਸਵੰਧ ਭਲਾਈ ਵਿੱਚ ਲੱਗਦਾ ਸੀ। ਗੁਰੂ ਤੇਗ ਬਹਾਦਰ ਦੇ 2 ਇਹ ਗੁਣ ਦੱਸਣ ਵਾਸਤੇ ਮੈਂ ਆਪ ਜੀ ਦਾ 1 ਘੰਟਾ ਲੈ ਗਿਆ ਕਿ गुरु तेग बहादुर साहब कोई चौकड़ियां शीर शासन अलोम विलोम वाले साधु नहीं सन, वो ब्रह्म ज्ञानी सन और उन्होंने कोल बख्शिश सी कि वो लोक भलाई दे वास्ते अपनी गुरबाणी भी रचते सन और अपनी गुरबाणी स्टडी भी करते सन। और धन माता गुजरी जी जदों 32 साल 33 साल बाद गर्भ दे विच आई, ते ये भी साइंटिफिक वर्शन है कि जदों इलाहाबाद त्रिवेणी ते 1666 दी मार्च दे विच जून दे विच जिथे गुरु तेग बहादुर दे बारे गुरु गोबिंद सिंह जी लिख रहे ने, मुर पित पूरब कियस पयाना भांत भांत के तीर्थ नाना, जब ही जात त्रिवेणी भये पुन दान दिन करत बिते। फिर असी गर्भ लोक मात लोक दे विच आ गए, ज्यों त्यों प्रभ हमको समझायो इम कह के ए लोक पठायो, तही प्रकाश हमारा भयो पटना शहर विखे भव लियो। मैं दबी जबान दे विच कुछ ऐसी गल बोल गया हाँ कि वो महान तपस्वी दोनों मियाँ बीबी उस गुरु गोबिंद सिंह जी दी उड़ीक कर रहे सन कि आकाश तो इलाही हुक्म होया है, ज्यों त्यों प्रभ हमको समझायो इम कह के ਇਹ ਲੋਕ ਪਠਾਇਓ। ਤੁਹਾਡੀ ਮੇਰੀ ਵਰਗੀ ਕੁੱਖ ਚੱਲ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ? ਅਕਾਲ ਪੁਰਖ ਕਹਿ ਰਹੇ ਨੇ, ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਹਾਂ ਤਹਾਂ ਤੁਮ ਧਰਮ ਚਲਾਏ ਦੁਸ਼ਟ ਦੋਖਿयन ਪਕੜ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਮੈਨੂੰ ਅਕਾਲ ਪੁਰਖ ਨੇ ਸਮਝਾਇਆ ਪਰ ਮੇਰਾ ਦਿਲ ਨਹੀਂ ਸੀ ਕਰ ਰਿਹਾ ਮਾਤ ਲੋਕ ਵਿੱਚ ਆਉਣ ਤੇ ਸਮਾਪਤੀ ਕਰਦਾ ਹਾਂ ਨਾਲ ਪੰਕਤੀ ਬੋਲੋ, ਚਿਤ ਨਾ ਭਇਓ ਹਮਰੋ ਆਵਨ ਕੈ, चित न भयो हमरो आवन के, चुभी रही सुरुत प्रभु चरणन में, प्रभ चरणन में रही सुरुत प्रभ चरणन में। जेड़ी जीवन जोत टोटैलिटी दे विच इनफिनिटी दे विच नथिंगनेस दे विच शून्य गुरु तेग बहादुर दे विचों माता गुजरी जी दे विच 33 साल बाद आई। ਤੇ ਉਹ ਕਿੰਨੇ ਵੱਡੇ ਤਪਸਵੀ ਹੋਣਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਉਡੀਕ ਹੋ ਰਹੀ ਸੀ ਔਰ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਬਣਾਉਣ ਵਾਸਤੇ ਉਹ ਜੋ ਪਿਤਾ ਗੁਰੂ ਹਰਗੋਬਿੰਦ ਜੀ ਨੇ ਚੋਜ ਰਚਿਆ ਸੀ
ਉਹ ਸੰਪੂਰਨ ਹੋਇਆ ਤੇ ਬਾਕੀ ਲਿੰਕ ਕੱਲ ਜੋੜ ਦਿਆਂਗੇ। ਇਹ 2 ਰੈਫਰੈਂਸਿਸ ਅੱਜ ਅਸੀਂ ਨਵੇਂ ਕਲੈਕਟ ਕੀਤੇ ਕਿ ਗੁਰੂ ਤੇਗ ਬਹਾਦਰ ਪੂਰੇ ਕਰਮਯੋਗੀ ਸਨ, ਕਿਰਤੀ ਸਨ, ਔਰ ਕੋਈ ਮਸਤਾਨੇ ਇਹੋ ਜਿਹੇ ਨਹੀਂ ਸਨ ਜਿਹੜੇ ਅਸੀਂ ਕਿਤਾਬਾਂ ਦੇ ਵਿੱਚ ਲੱਭਦੇ ਹਾਂ। ਔਰ ਫਿਰ ਕੱਲ ਉਹ ਸਾਖੀ ਲੈ ਲਾਂਗੇ ਕਿ ਕਿਵੇਂ ਮੱਖਣ ਸ਼ਾਹ ਜੀ ਲੁਬਾਣਾ ਉੱਥੇ ਪਹੁੰਚੇ ਤੇ 30 ਮਾਰਚ 1664 ਤੋਂ ਕਿਵੇਂ ਇੱਥੋਂ ਗੁਰਿਆਈ ਦਾ ਤਿਲਕ ਗਿਆ। ਔਰ ਸੱਚ ਗੱਲ ਹੈ ਕਿ ਉਹ 1665 ਦੇ ਵਿੱਚ ਹੀ ਜਾ ਕੇ ਉਹ 5 ਬੰਦੇ ਪਹੁੰਚੇ ਔਰ ਉਸ ਤੋਂ ਬਾਅਦ ਉਹ ਕਿਵੇਂ ਹਰਮੰਦਰ ਸਾਹਿਬ ਤੋਂ ਕੀਰਤਪੁਰ 2 ਮਹੀਨੇ ਰੁਕੇ ਤੇ ਕੀਰਤਪੁਰ ਤੋਂ ਕਿਵੇਂ ਆਨੰਦਪੁਰ ਰੁਕੇ। ਔਰ ਆਨੰਦਪੁਰ ਤੋਂ ਬਾਅਦ ਇੱਕ ਟਰੈਵਲ ਉਹਨਾਂ ਨੇ ਲਗਭਗ 4 ਮਹੀਨੇ ਦਾ ਕੀਤਾ ਔਰ ਦੂਜਾ ਟਰੈਵਲ ਜਦੋਂ ਉਹਨਾਂ ਨੂੰ ਅਰੈਸਟ ਆਰਡਰ ਹੋਏ। ਸਿੱਖ ਸੰਗਤ ਕਹਿੰਦੀ ਹੈ ਕਿ ਅਸੀਂ ਆਪ ਆਪਣੀ ਅਰੈਸਟ ਦਿੱਤੀ, ਉਹਦਾ ਕੱਲ ਜ਼ਿਕਰ ਕਰਾਂਗੇ। ਪਰ ਹੈਰਾਨਗੀ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਔਰ ਗੁਰੂ ਤੇਗ ਬਹਾਦਰ ਜੀ ਆਪਣੇ ਲਾਈਫ ਸਪੈਨ ਵਿੱਚ ਸਿਰਫ ਇੱਕ ਦੂਜੇ ਨਾਲ 9 ਮਹੀਨੇ ਰਹੇ, ਸਿਰਫ 9 ਮਹੀਨੇ ਰਹੇ ਪਿਓ ਪੁੱਤਰ ਆਪਸ ਦੇ ਵਿੱਚ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਗੁਰੂ ਤੇਗ ਬਹਾਦਰ ਨੇ ਪਟਨਾ ਦੇ ਵਿੱਚ ਝਲਕ ਦੇਖਿਆ ਔਰ ਫਿਰ ਜਦੋਂ ਆਪ ਪਹੁੰਚ ਗਏ ਤੇ ਬਾਅਦ ਵਿੱਚ 17 ਮਹੀਨੇ ਦੀ ਰਥ ਯਾਤਰਾ ਕਰਕੇ 18 ਮੈਂਬਰਸ ਉਸ ਰਥ ਵਿੱਚ ਆਏ, ਜਿਹਦੇ ਚ ਮਾਤਾ ਨਾਨਕੀ ਜੀ ਨਾਲ ਸਨ। ਔਰ ਗੁਰੂ ਗ੍ਰੰਥ ਸਾਹਿਬ ਮੁਜਬਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ 5 ਸਾਲ ਦੀ ਉਮਰ ਵਿੱਚ ਮੁਜਬਾਨੀ ਯਾਦ ਕਰਾਇਆ ਜਾ ਰਿਹਾ ਸੀ। 17 ਮਹੀਨੇ ਦੇ ਟਰੈਵਲ ਤੋਂ ਬਾਅਦ ਅੰਬਾਲੇ ਦੇ ਕੋਲ ਲਖਨੌਰ ਪਹੁੰਚੇ ਔਰ 1 ਮਹੀਨਾ ਉੱਥੇ ਵੇਟ ਕਰਕੇ 18ਵੇਂ ਮਹੀਨੇ ਅਨੰਦਪੁਰ ਸਾਹਿਬ ਪਹੁੰਚੇ। ਔਰ ਉਹ ਸਾਰੀਆਂ ਡੇਟਾਂ ਐਕੂਰੇਟਲੀ ਜੋ ਮੇਰੇ ਕੋਲ ਨੇ ਕਿ ਪਿਓ ਪੁੱਤਰ ਆਪਸ ਵਿੱਚ 9 ਔਰ 9.5 ਮਹੀਨੇ ਇਕੱਠੇ ਰਹੇ। ਉसी ਟਾਈਮ ਵਿੱਚ ਵੀ ਕਸ਼ਮੀਰੀ ਪੰਡਿਤ ਆਏ, ਉसी ਵਕਤ ਉਹ ਐਪੀਸੋਡ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੈ ਕਿਰਪਾ ਚੰਦ ਜੀ ਦਾ। ਤੇ ਫਿਰ ਗੁਰੂ ਤੇਗ ਬਹਾਦਰ ਜੀ ਸੈਕਿੰਡ ਟਰੈਵਲ ਕਰਨ ਹਰਿਆਣੇ ਦੇ ਥਰੂ ਉਹ ਦੂਰ ਤੱਕ ਪੰਜਾਬ ਵਿੱਚੋਂ ਹੁੰਦੇ ਹੋਏ ਪਹਿਲੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਡੇਰਾ ਬੱਸੀ ਵਿੱਚ। 1 ਮਹੀਨਾ ਰਾਮ ਰਾਏ ਨੇ ਉਹਨਾਂ ਨੂੰ ਜੇਲ੍ਹ ਕਰਾ ਦਿੱਤੀ। ਕੱਲ ਪੰਜਾਬ ਗਵਰਨਮੈਂਟ ਨੇ 10 ਲੱਖ ਰੁਪਇਆ ਉਸ ਡੇਰਾ ਬੱਸੀ ਦੇ ਗੁਰਦੁਆਰੇ ਨੂੰ ਭੇਟਾ ਕੀਤਾ, ਜੇਲ੍ਹ ਨੂੰ, ਕਿ ਉਸ ਜੇਲ੍ਹ ਨੂੰ ਰਿਫਾਰਮ ਕੀਤਾ ਜਾਏ। ਕਿ ਜਦੋਂ ਗੁਰੂ ਤੇਗ ਬਹਾਦਰ ਅਰੈਸਟ ਦੇਣ ਜਾ ਰਹੇ ਸਨ ਤੇ ਪਟਿਆਲੇ ਦੇ ਵਿੱਚ 6 ਮਹੀਨੇ ਰੁਕੇ ਸਫਾਬਾਦੀ ਗੇਟ ਦੇ ਵਿੱਚ, ਉਸ ਤੋਂ ਪਹਿਲੇ ਡੇਰਾ ਬੱਸੀ ਅਰੈਸਟ ਹੋ ਗਏ। ਤਾਂ ਫਿਰ ਕੱਲ ਇਸ ਗੱਲ ਨੂੰ ਕਰਾਂਗੇ ਇਹਨਾਂ ਸ਼ਬਦਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ।